ਸਤਿ ਸ਼੍ਰੀ ਅਕਾਲ ਸਟੂਡੈਂਟਸ, ਕੰਪੀਟੀਸ਼ਨ ਗੁਰੂ ਕੋਚਿੰਗ ਸੈਂਟਰ ਵਿੱਚ ਤੁਹਾਡਾ ਸਵਾਗਤ ਹੈ। ਮੈਂ ਅਮਨਪ੍ਰੀਤ ਮੈਮ ਅੱਜ ਤੁਹਾਡੇ ਲਈ ਲੈ ਕੇ ਆਈ ਹਾਂ ਪੰਜਾਬ ਦਾ ਐਕਸਾਈਜ਼ ਇੰਸਪੈਕਟਰ ਦਾ ਪ੍ਰੀਵੀਅਸ ਈਅਰ ਪੇਪਰ 2018 ਦਾ। ਪੰਜਾਬ ਐਕਸਾਈਜ਼ ਇੰਸਪੈਕਟਰ 2018 ਦਾ ਪੇਪਰ, ਠੀਕ ਹੈ ਜੀ, ਪ੍ਰੀਵੀਅਸ ਈਅਰ ਪੇਪਰ, ਠੀਕ ਹੈ ਜੀ। ਜਿੱਦਾਂ ਕਿ ਮੈਂ ਤੁਹਾਨੂੰ ਦੱਸਦਾ ਕਿ ਪਹਿਲਾ ਪੇਪਰ ਆਪਾਂ ਸੋਲਵ ਕੀਤਾ ਸੀ ਇੱਕ 2011 ਵਾਲਾ, ਠੀਕ ਹੈ। ਉਸ ਤੋਂ ਬਾਅਦ 2018 ਵਾਲਾ ਆਪਾਂ ਸੋਲਵ ਕਰ ਰਹੇ ਹਾਂ ਪੇਪਰ, ठीक है जी। 2018 वाला पेपर जो टोटल क्वेश्चन आए सी बच्चे वो आए सी 100 क्वेश्चंस, ठीक है। 100 क्वेश्चन आए सी, ਉਹਦੇ ਵਿੱਚੋਂ मैं ਤੁਹਾਨੂੰ वेटेज ਦੱਸ दी है ਪਹਿਲਾਂ, ठीक है। 45 क्वेश्चन ਤੁਹਾਨੂੰ ਆਏ ਸੀਗੇ जीके ਦੇ, ठीक है जी। ਉਸ ਤੋਂ ਬਾਅਦ 15 क्वेश्चन ਆਏ ਸੀ ਤੁਹਾਨੂੰ मैथ्स ਤੇ ਰੀਜ਼ਨਿੰਗ ਦੇ, ठीक है जी। ਉਸ ਤੋਂ ਬਾਅਦ ਨੈਕਸਟ ਤੁਹਾਨੂੰ ਆਏ ਸੀਗੇ 10 क्वेश्चन ਕੰਪਿਊਟਰ ਦੇ, ਕੰਪਿਊਟਰ IT ਦੇ, ठीक है। ਉਸ ਤੋਂ ਬਾਅਦ ਨੈਕਸਟ ਤੁਹਾਨੂੰ ਆਏ ਸੀ 15 क्वेश्चन ਆਏ ਸੀ ਤੁਹਾਨੂੰ ਪੰਜਾਬੀ ਲੈਂਗੁਏਜ ਦੇ, ठीक है। 50 क्वेश्चन पंजाबी लैंग्वेज दे ते 15 क्वेश्चन तुहानू इंग्लिश दे, ठीक है जी। आपां फस्ट पार्ट ऑफ द वीडियो दे विच आपां पहला जीके दे क्वेश्चन सॉल्व करांगे, नैक्सट पार्ट दे विच आपां ये सारे क्वेश्चन सॉल्व करांगे, ठीक है जी। इस क्योंकि जीके दी वेटेज इस 2018 के पेपर च काफ़ी ज़्यादा सी, इसलिए जीके सब तो इंपॉर्टेंट मेजर प्लेइंग पार्ट मन्निया जाता है, ठीक है जी। इस करके आपां स्टार्ट करते हैं। क्वेश्चन नंबर 1 इज ऑन योर स्क्रीन। The ruler of Punjab during first and second Anglo-Sikh war was, ਕਹਿੰਦੇ ਕਿ ਜਿਹੜਾ ਫਸਟ ਤੇ ਸੈਕੰਡ ਐਂਗਲੋ ਸਿੱਖ ਵਾਰ ਹੋਈ ਸੀਗੀ ਉਸ ਟਾਈਮ ਪੰਜਾਬ ਦਾ ਰੂਲਰ ਕੌਣ ਸੀ। ਮੈਂ ਤੁਹਾਨੂੰ ਦੱਸਦਾ ਕਿ ਜਿਹੜੀ ਫਸਟ ਤੇ ਸੈਕੰਡ ਐਂਗਲੋ ਸਿੱਖ ਵਾਰ ਹੋਈ ਸੀ, ਫਸਟ ਐਂਗਲੋ ਸਿੱਖ ਵਾਰ ਹੋਈ ਸੀਗੀ 1845 ਤੋਂ ਲੈ ਕੇ 1846 ਤੱਕ। ਸੈਕੰਡ ਐਂਗਲੋ ਸਿੱਖ ਵਾਰ ਹੋਈ ਸੀ ਬੱਚੇ 1848 ਤੋਂ ਲੈ ਕੇ 49 ਤੱਕ, ਠੀਕ ਹੈ ਜੀ। ਉਸ ਟਾਈਮ ਤੇ ਜਿਹੜਾ ਪੰਜਾਬ ਦਾ ਰੂਲਰ ਸੀਗੇ ਉਹ ਸੀਗੇ ਮਹਾਰਾਜਾ ਦਲੀਪ ਸਿੰਘ ਜੀ। ਕਿਹੜੇ ਸੀਗੇ? ਮਹਾਰਾਜਾ ਦਲੀਪ ਸਿੰਘ ਜੀ, ਠੀਕ ਹੈ। ਸੈਕੰਡ ਰੂਲਰ ਤੋਂ ਬਾਅਦ ਮੈਂ ਤੁਹਾਨੂੰ ਦੱਸਦਾ, ਕਈ ਵਾਰੀ ਕੁਐਸਚਨ ਆਉਂਦਾ ਹੁੰਦਾ ਹੈ, ਠੀਕ ਹੈ, ਕਿ ਸੈਕੰਡ ਰੂਲਰ ਤੋਂ ਬਾਅਦ ਕਿਹੜੀ ਐਂਗਲੋ ਸਿੱਖ ਵਾਰ ਤੋਂ ਬਾਅਦ ਜਿਹੜਾ ਪੰਜਾਬ ਸੀ ਉਹ ਅਨੈਕਸ ਕਰ ਲਿਆ ਗਿਆ ਸੀ, ਯਾਨੀ ਕਿ ਪੰਜਾਬ ਅਨੈਕਸ ਕੀਤਾ ਗਿਆ ਸੀ ਬ੍ਰਿਟਿਸ਼ਰਸ ਵੱਲੋਂ। ਪੰਜਾਬ ਨੂੰ ਕਿ ਆਪਣੇ ਅੰਡਰ ਲੈ ਲਿਆ ਸੀ ਕਿੰਨੇ? ਬ੍ਰਿਟਿਸ਼ਰਸ ਨੇ, ਠੀਕ ਹੈ। ਬ੍ਰਿਟਿਸ਼ਰਸ ਨੇ ਇਹਨੂੰ ਲਿਆ ਸੀਗਾ 1849 ਦੇ ਵਿੱਚ, ਠੀਕ ਹੈ ਜੀ, ਆਪਣੇ ਅੰਡਰ, ਠੀਕ ਹੈ। ਜਿਹੜੀ ਡੇਟ ਹੈਗੀ ਹੈ ਉਹ ਤੁਹਾਨੂੰ ਮੈਂ ਅੱਗੇ ਡਿਸਕਸ ਕਰਾਂਗੇ ਇਹਦੀ, ਠੀਕ ਹੈ ਜੀ। ਤੇ ਉਸ ਟਾਈਮ ਤੇ ਕਈ ਵਾਰੀ ਤੁਹਾਨੂੰ ਕੁਐਸਚਨ ਇਹ ਵੀ ਪੁੱਛਦੇ ਕਿ ਉਸ ਟਾਈਮ ਤੇ ਵਾਇਸਰੋਏ ਕੌਣ ਸੀਗਾ, ਠੀਕ ਹੈ। ਉਸ ਟਾਈਮ ਤੇ ਜਿਹੜਾ ਵਾਇਸਰੋਏ ਸੀਗਾ ਇੰਡੀਆ ਦਾ ਉਹ ਸੀਗਾ ਲॉर्ड ਡਲਹੌਜ਼ੀ, ਠੀਕ ਹੈ ਜੀ। ਡਲਹੌਜ਼ੀ ਇਜ਼ ਦਾ ਵਾਇਸਰੋਏ ਆਫ ਇੰਡੀਆ ਔਨ दैट टाइम व्हेन पंजाब इज अनेक्स्ड, यानी कि पंजाब इज अंडर रूल बाय ईस्ट ब्रिटिशर्स या ईस्ट इंडिया कंपनी, ठीक है जी। ਉਸ ਤੋਂ ਬਾਅਦ ਨੈਕਸਟ ਆ ਜਾਂਦਾ ਹੈ ਕਾਮਾਘਾਟੂ ਮਾਰੂ ਵਾਸ ਦਾ ਨੇਮ ਆਫ ਆ। ਕਾਮਾਘਾਟੂ ਮਾਰੂ ਜਿਹੜਾ ਇੰਸੀਡੈਂਟ ਹੋਇਆ ਸੀ 1914 ਵਿੱਚ ਹੋਇਆ ਸੀ ਬੱਚੇ। ਕਾਮਾਘਾਟੂ ਮਾਰੂ ਇੰਸੀਡੈਂਟ ਹੋਇਆ ਸੀ ਬੱਚੇ, ਉਹ ਸੀਗੇ ਉਹਦੇ ਚ ਕੁਝ ਸਿੱਖ ਸੀਗੇ, ਠੀਕ ਹੈ। ਉਹ ਕੀ ਸੀ? ਉਹ ਬੰਗਾਲ ਦੇ ਜਿਹੜਾ ਹਾਰਬਰ ਬ੍ਰਿਜ ਆ ਉਹਦੇ ਤੋਂ ਕੈਨੇਡਾ ਲਈ ਮੂਵ ਕੀਤੇ ਸੀਗੇ, ਠੀਕ ਹੈ ਜੀ। ਤੇ ਕੈਨੇਡਾ ਤੇ ਜਾ ਕੇ ਉੱਥੇ ਉਹਨਾਂ ਨੂੰ ਐਂਟਰੀ ਬੈਨ ਕਰ ਦਿੱਤੀ ਗਈ ਸੀ ਤੇ ਉਹਨਾਂ ਨੂੰ ਵਾਪਸ ਰਿਟਰਨ ਟੂ ਇੰਡੀਆ ਆਉਣਾ ਪਿਆ ਸੀਗਾ, ਠੀਕ ਹੈ ਜੀ। ਤੇ ਜਿਹੜੇ ਵਾਇਆ ਰੂਟ ਦੇ ਥਰੂ ਹੋ ਗਏ ਸੀ ਉਹ ਵਾਇਆ ਸੀ ਸੀ ਰੂਟ, ਤੇ ਜਿਹੜਾ ਜਹਾਜ਼ ਤੇ ਹੋ ਗਏ ਸੀ ਉਸ ਜਹਾਜ਼ ਦਾ ਨਾਮ ਸੀਗਾ ਕਿ ਕਾਮਾਘਾਟੂ ਮਾਰੂ, ਠੀਕ ਹੈ ਜੀ। ਸ਼ਿਪ ਸੀਗੀ ਕਾਮਾਘਾਟੂ ਮਾਰੂ ਇੱਕ, ਠੀਕ ਹੈ ਜੀ। ਉਸ ਤੋਂ ਬਾਅਦ ਕੁਐਸਚਨ ਨੰਬਰ 3 ਹੈ ਵਿਚ ਆਫ ਦਾ ਫਲੋਇੰਗ ਸੈਟ ਆਫ ਪ੍ਰਿੰਸਲੀ ਸਟੇਟਸ ਆਰ ਟਰਮ ਐਸ ਫੁਲਕੀਅਨ ਸਟੇਟਸ। ਫੁਲਕੀਅਨ ਸਟੇਟ ਯਾਨੀ ਕਿ ਬੇਸਿਕਲੀ ਤੁਹਾਨੂੰ ਮੈਂ ਦੱਸਦਾ ਕਿ ਮਿਸਲਾਂ ਹੋਈਆਂ ਨੇ ਪੰਜਾਬ ਦੇ ਵਿੱਚ, ਠੀਕ ਹੈ। ਫੁਲਕੀਅਨ ਵੀ ਇੱਕ ਮਿਸਲ ਸੀਗੀ, ਠੀਕ ਹੈ। ਉਹਦੇ ਵਿੱਚ ਇਹ ਜਿਹੜੀ ਇਹ ਮਿਸਲ ਸੀਗੀ ਬੇਸਿਕਲੀ ਇਹ ਸਿੰਧ ਕਲੈਨ ਸਿੱਧੂ ਜਾਟ ਕਲੈਨ ਸੀਗੀ, ਠੀਕ ਹੈ ਜੀ। ਉਹ ਮਿਸਲ ਫੁਲਕੀਅਨ ਮਿਸਲ ਨੂੰ, ਠੀਕ ਹੈ, ਉਹ ਕਿਹੜੇ ਏਰੀਆ 'ਚ ਸੀਗੀ, ਠੀਕ ਹੈ। ਤੇ ਉਹਦੀਆਂ ਜਿਹੜੀਆਂ ਸਟੇਟ ਸੀਗੇ ਪ੍ਰਿੰਸਲੀ ਸਟੇਟਸ 3 ਸੀਗੀਆਂ, ਪਟਿਆਲਾ, ਨਾਭਾ ਤੇ ਜੀਂਦ। ਕਿਹੜੀਆਂ ਸੀਗੀਆਂ? ਪਟਿਆਲਾ, ਨਾਭਾ ਤੇ ਜੀਂਦ। ਡੀ ਇਹਦਾ ਬਿਲਕੁਲ ਸਹੀ ਆਨਸਰ ਆ, ਠੀਕ ਹੈ ਜੀ। ਕੁਐਸਚਨ ਨੰਬਰ 4 ਤੇ ਆਉਣੇ ਆ। ਦ ਟਾਈਟਲ ਆਫ ਪੰਜਾਬ ਕੇਸਰੀ ਵਾਸ ਕਨਫਰਡ ਬਾਈ। ਪੰਜਾਬ ਕੇਸਰੀ ਟਾਈਟਲ ਕਿਹਨੂੰ ਮਿਲਿਆ? ਇਹ ਕੁਐਸਚਨ ਮੈਂ ਤੁਹਾਨੂੰ ਦੱਸਦਾ ਬੱਚੇ 2011 ਦੇ ਕੁਐਸਚਨ ਪੇਪਰ 'ਚ ਰਿਪੀਟ ਹੋਇਆ। ਇਹ ਕੁਐਸਚਨ ਕੋਆਪਰੇਟਿਵ ਬੈਂਕ ਦੇ ਵਿੱਚ ਵੀ ਆਇਆ ਹੋਇਆ ਹੈ ਤੇ ਇਹ ਕੁਐਸਚਨ ਕਾਫੀ ਜ਼ਿਆਦਾ ਰਿਪੀਟ ਹੋ ਰਿਹਾ। ਕਿਉਂ? ਕਿਉਂਕਿ ਇਹ ਮਾਡਰਨ ਹਿਸਟਰੀ ਤੋਂ ਰਿਲੇਟਡ ਕੁਐਸਚਨ ਆ। ਇਹ ਪੰਜਾਬ ਦੀ ਹਿਸਟਰੀ ਵੀ ਡਿਫਾਈਨ ਕਰਦਾ ਤੇ ਇੰਡੀਆ ਦੀ ਹਿਸਟਰੀ ਵੀ ਡਿਫਾਈਨ ਕਰਦਾ। ਪੰਜਾਬ ਕੇਸਰੀ ਟਾਈਟਲ ਲਾਲਾ ਲਾਜਪਤ ਰਾਏ ਜੀ ਨੂੰ ਮਿਲਿਆ ਸੀਗਾ, ਠੀਕ ਹੈ ਜੀ। ਇੱਕ ਹੋਰ ਕੁਐਸਚਨ ਆਉਂਦਾ ਹੈ ਕਿ ਲਾਲਾ ਲਾਜਪਤ ਰਾਏ ਜੀ ਦਾ ਜਿਹੜਾ ਬਰਥ ਪਲੇਸ ਆ ਉਹ ਕੀ ਹੈ? ਲਾਲਾ ਲਾਜਪਤ ਰਾਏ ਦੀ ਜਿਹੜਾ ਬਰਥ ਪਲੇਸ ਹੈਗਾ ਬੱਚੇ ਉਹ, ਠੀਕ ਹੈ ਜੀ, ਧੂਦੀ ਕੇ ਵਿਲੇਜ ਡਿਸਟ੍ਰਿਕਟ ਮੋਗਾ। ਧੂਦੀ ਕੇ ਵਿਲੇਜ ਡਿਸਟ੍ਰਿਕਟ ਮੋਗਾ ਪੈਂਦਾ ਹੈ, ਠੀਕ ਹੈ ਜੀ। ਤੁਹਾਨੂੰ ਇਹ ਪਤਾ ਹੋਣਾ ਚਾਹੀਦਾ। ਕੁਐਸਚਨ ਨੰਬਰ 5 ਹੈਗਾ ਹੂ ਇਜ਼ ਨੋਨ ਐਜ਼ ਦਾ ਫਾਦਰ ਆਫ ਪੰਜਾਬੀ ਨੋਵਲਸ। ਪੰਜਾਬੀ ਨੋਵਲਸ ਦਾ ਫਾਦਰ ਕਿਹਨੂੰ ਕਿਹਾ ਜਾਂਦਾ ਹੈ ਬੱਚੇ? ਪੰਜਾਬੀ ਨੋਵਲਸ ਦਾ ਫਾਦਰ ਕਿਹਾ ਜਾਂਦਾ ਹੈ ਨਾਨਕ ਸਿੰਘ ਜੀ ਨੂੰ, ਠੀਕ ਹੈ। ਨਾਨਕ ਸਿੰਘ ਇਜ਼ ਦਾ ਰਾਈਟਰ। ਬੇਸਿਕਲੀ ਨਾਨਕ ਸਿੰਘ ਕੀ ਨੇ? ਇੱਕ ਰਾਈਟਰ ਨੇ,
ਠੀਕ ਹੈ ਜੀ। ਬੇਸਿਕਲੀ ਇਹਨਾਂ ਨੂੰ ਫਾਦਰ ਆਫ ਪੰਜਾਬੀ ਨੋਵਲ ਕਿਹਾ ਜਾਂਦਾ ਹੈ, ਠੀਕ ਹੈ। ਇਹਨਾਂ ਨੂੰ ਮੈਂ ਤੁਹਾਨੂੰ ਦੱਸਦਾ ਕਿ ਇਹਨਾਂ ਦੀ ਨਾਮ ਤੇ ਪੋਸਟਲ ਸਟੈਂਪ ਵੀ ਦਿੱਤੀ ਗਈ ਸੀ ਗਵਰਨਮੈਂਟ ਆਫ ਇੰਡੀਆ ਵੱਲੋਂ, ਠੀਕ ਹੈ ਜੀ। ਪਹਿਲੀ ਚੀਜ਼, ਇਹਨਾਂ ਦਾ ਜਿਹੜਾ ਸਭ ਤੋਂ ਫੇਮਸ ਨੋਵਲ ਹੋਇਆ ਹੈ ਉਹ ਹੋਇਆ ਬੱਚਿਓ ਚਿੱਟਾ ਲਹੂ। ਚਿੱਟਾ ਲਹੂ ਨੋਵਲ ਇਹਨਾਂ ਨੇ ਕਦੋਂ ਆਇਆ ਸੀ? ਇਹ 1923 ਦੇ ਵਿੱਚ ਆਇਆ ਸੀ, ਠੀਕ ਹੈ ਜੀ। ਕੁਐਸਚਨ ਹੈਗਾ, ਕੁਐਸਚਨ ਨੰਬਰ 6 ਹੈਗਾ, ਵੈਨ ਡਿਡ ਦਾ ਬ੍ਰਿਟਿਸ਼ਰ ਅਨੈਕਸ ਪੰਜਾਬ। ਦੇਖੋ ਆਪਾਂ ਉੱਤੇ ਡਿਸਕਸ ਵੀ ਕੀਤਾ ਸੀ ਕਿ ਬ੍ਰਿਟਿਸ਼ਰਸ ਨੇ ਪੰਜਾਬ ਨੂੰ ਕਦੋਂ ਅਨੈਕਸ ਕੀਤਾ, ਬ੍ਰਿਟਿਸ਼ਰਸ ਨੇ ਪੰਜਾਬ ਨੂੰ ਕਦੋਂ ਆਪਣੇ ਵਿੱਚ ਸ਼ਾਮਿਲ ਕੀਤਾ ਜਾਂ ਫਿਰ ਆਪਣੇ ਅੰਡਰ ਰੂਲ ਕਰਨ ਲਈ ਕੀਤਾ। ਤੇ ਬੱਚੇ ਉਹਦਾ ਸਹੀ ਆਨਸਰ ਹੈਗਾ 1849 ਦੇ ਵਿੱਚ, ਠੀਕ ਹੈ ਜੀ। ਮਾਰਚ 1849 ਦੇ ਵਿੱਚ ਬ੍ਰਿਟਿਸ਼ਰਸ ਨੇ ਆਪਣੇ ਅੰਡਰ ਇਹਨਾਂ ਨੂੰ ਕੀਤਾ ਸੀਗਾ, ਠੀਕ ਹੈ ਜੀ। ਹਾਂਜੀ, ਉਸ ਤੋਂ ਬਾਅਦ ਇੱਕ ਹੋਰ ਚੀਜ਼ ਹੈ ਮੈਂ ਤੁਹਾਨੂੰ ਦੱਸਦਾ ਕਿ ਬੇਸਿਕਲੀ ਬ੍ਰਿਟਿਸ਼ਰ ਜਿਹੜਾ ਸਿੱਖ ਜਿਹੜਾ ਐਮਪਾਇਰ ਸੀਗਾ ਬੇਸਿਕਲੀ ਉਹ ਕਦੋਂ ਡਿੱਗਣਾ ਸ਼ੁਰੂ ਹੋਇਆ ਸੀ? ਮੈਂ ਤੁਹਾਨੂੰ ਦੱਸਦਾ 1839 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਡੈਥ ਤੋਂ ਬਾਅਦ। ਮਹਾਰਾਜਾ ਰਣਜੀਤ ਸਿੰਘ ਜੀ ਦੀ ਡੈਥ ਤੋਂ ਬਾਅਦ ਕੀ ਹੋਇਆ ਸੀਗਾ, ਜਿਹੜਾ ਬ੍ਰਿਟਿਸ਼ਰਸ ਨੇ ਕੀ ਸੀ, ਅਟੈਕ ਕਰਨਾ ਸ਼ੁਰੂ ਕਰ ਦਿੱਤਾ ਸੀ ਪੰਜਾਬ ਤੇ, ਠੀਕ ਹੈ ਜੀ। ਪੰਜਾਬ ਦੇ ਵਿੱਚ ਤੁਹਾਨੂੰ ਪਤਾ ਫਸਟ ਐਂਗਲੋ ਸਿੱਖ ਵਾਰ ਰਹੀ, ਐਂਗਲੋ ਮਤਲਬ ਬ੍ਰਿਟਿਸ਼ਰਸ ਤੇ ਸਿੱਖਾਂ ਦੀ ਵਾਰ ਰਹੀ ਤੁਹਾਨੂੰ ਮੈਂ ਦੱਸਦਾ 1845 ਦੇ ਵਿੱਚ। ਉਸ ਤੋਂ ਬਾਅਦ ਸੈਕੰਡ ਵਾਰ ਕਦੋਂ ਹੀ? 1848 ਤੇ 49 ਦੇ ਵਿੱਚ, ਠੀਕ ਹੈ ਜੀ। ਬੇਸਿਕਲੀ ਤੇ ਉਸ ਤੋਂ ਬਾਅਦ ਕੀ ਹੋ ਗਿਆ ਸੀ, ਲਾਰਡ ਡਲਹੌਜ਼ੀ ਨੇ ਪੰਜਾਬ ਨੂੰ ਅਨੈਕਸ ਕਰ ਲਿਆ ਸੀਗਾ, ਠੀਕ ਹੈ ਜੀ। ਕੁਐਸਚਨ ਨੰਬਰ ਹੈਗਾ 7th, ਕਹਿੰਦੇ ਵਿਚ ਆਫ ਦਾ ਫਲੋਇੰਗ ਬੈਟਲ ਇਜ਼ ਨੋਨ ਐਸ ਬੈਟਲ ਆਫ ਗਨਸ। ਕਹਿੰਦੇ ਬੈਟਲ ਆਫ ਗਨਸ ਕਿਹਨੂੰ ਕਿਹਾ ਜਾਂਦਾ ਹੈ, ਠੀਕ ਹੈ ਜੀ। ਬੈਟਲ ਆਫ ਗਨਸ ਕਿਹਾ ਜਾਂਦਾ ਬੇਟੇ ਬੈਟਲ ਆਫ ਗੁਜਰਾਤ ਨੂੰ। ਇੱਥੇ ਤੁਸੀਂ ਗੁਜਰਾਤ ਸਟੇਟ ਨਾਲ ਕਨਫਿਊਜ਼ ਨਹੀਂ ਹੋਣਾ। ਗੁਜਰਾਤ ਬੇਸਿਕਲੀ ਇੱਥੇ ਇੱਕ ਜਗ੍ਹਾ ਦਾ ਨਾਮ ਹੈ ਜਿਹੜੀ ਹੁਣ ਕਿੱਥੇ ਪ੍ਰੈਜ਼ੈਂਟ ਹੈ, ਮਾਡਰਨ ਪਾਕਿਸਤਾਨ ਦੇ ਵਿੱਚ, ਠੀਕ ਹੈ ਜੀ। ਮਾਡਰਨ ਇਹ ਵੀ ਪੰਜਾਬ ਹਿਸਟਰੀ ਦਾ ਕੁਐਸਚਨ ਆ। ਤੁਹਾਨੂੰ ਮੈਂ ਇੱਕ ਧਿਆਨ ਦੱਸਦਾ, ਪੰਜਾਬ ਹਿਸਟਰੀ ਦੇ ਘੱਟੋ ਘੱਟ ਹੁਣ ਤੱਕ ਆਪਣੇ ਕੋਲ 4 ਕੁਐਸਚਨ ਆ ਗਏ 7 ਵਿੱਚੋਂ, ਠੀਕ ਹੈ ਜੀ। ਪੰਜਾਬ ਹਿਸਟਰੀ ਦੇ ਮੈਂ ਲੈਕਚਰ ਸ਼ੁਰੂ ਕਰਾਂਗੀ, ਠੀਕ ਹੈ ਜੀ। ਤੁਸੀਂ 1 by 1 ਵੀਡੀਓਜ਼ ਦੇਖਿਓ। ਆਪਾਂ ਪੰਜਾਬ ਹਿਸਟਰੀ ਤੇ ਕਲਚਰ ਡਿਫਾਈਨ ਕਰਾਂਗੇ ਚੰਗੀ ਤਰ੍ਹਾਂ, ਉਹਨੂੰ ਆਪਾਂ ਸਮਝਾਂਗੇ, ਠੀਕ ਹੈ ਜੀ। ਹੁਣ ਅੱਗੇ ਗੱਲ ਕਰਦੇ ਹਾਂ ਹਾਂਜੀ, ਮੈਂ ਤੁਹਾਨੂੰ ਸਟੋਰੀ ਦੱਸ ਰਹੀ ਸੀ। ਬੇਸਿਕਲੀ ਇਹ ਬੈਟਲ ਕਦੋਂ ਹੋਈ ਸੀ? 1849 ਦੇ ਵਿੱਚ ਹੋਈ ਸੀ। ਜਦੋਂ ਪਤਾ ਲੱਗ ਗਿਆ ਸੀਗਾ ਕਿ ਸਿੱਖਾਂ ਨੂੰ ਕਿ ਹੁਣ ਜਿਹੜੇ ਬ੍ਰਿਟਿਸ਼ਰਸ ਨੇ ਉਹਨਾਂ ਨੇ ਆਪਾਂ ਨੂੰ ਕੀ ਕਰ ਲਿਆ, ਬੰਦੀ ਮਤਲਬ ਆਪਣੇ ਅੰਡਰ ਲੈ ਲਿਆ ਹੈ, ਠੀਕ ਹੈ। ਯਾਨੀ ਕਿ ਉਹਦੇ ਸ਼ਾਸਕ ਹੁਣ ਬ੍ਰਿਟਿਸ਼ਰਸ ਬਣ ਗਏ ਨੇ ਪੰਜਾਬ ਦੇ, ਯਾਨੀ ਕਿ ਪੰਜਾਬ ਨੂੰ ਐਨੈਕਸ ਕਰ ਲਿਆ ਸੀ, ਠੀਕ ਹੈ ਜੀ। ਉਦੋਂ ਕੀ ਹੋਇਆ ਸੀ? ਉਦੋਂ ਇੱਕ ਬੈਟਲ ਹੋਈ ਸੀਗੀ, ਠੀਕ ਹੈ। ਉਹਨੂੰ ਬੈਟਲ ਆਫ ਗੁਜਰਾਤ ਕਹਿੰਦੇ ਆ, ਠੀਕ ਹੈ। ਉਹਦੇ ਵਿੱਚ ਕੀ ਸੀਗੀ ਬੇਸਿਕਲੀ, ਉਹਦੇ ਵਿੱਚ ਮਹਾਰਾਜਾ ਦਲੀਪ ਸਿੰਘ ਸੀਗੇ, ਠੀਕ ਹੈ ਜੀ। ਉਦੋਂ ਜਿਹੜੇ ਮਹਾਰਾਜਾ ਦਲੀਪ ਸਿੰਘ ਸੀ ਉਹਨਾਂ ਨੂੰ ਆਪਣੀ ਕਸਟਡੀ 'ਚ ਲੈ ਲਿਆ ਸੀ ਕਿਉਂਕਿ ਉਦੋਂ ਸ਼ਾਸਕ ਸੀਗੇ। ਤੇ ਉਸ ਟਾਈਮ ਜਿਹੜੀਆਂ ਗਨਸ ਯੂਜ਼ ਹੋਈਆਂ ਸੀ ਸਭ ਤੋਂ ਜ਼ਿਆਦਾ ਯੂਜ਼ ਹੋਈਆਂ ਸੀ। ਅਰਾਊਂਡ ਤੁਸੀਂ ਐਂ ਲਾ ਲਓ ਕਿ 50,000 ਤੋਂ 60,000 ਗਨਸ ਯੂਜ਼ ਹੋਈਆਂ ਸੀ ਉਸ ਬੈਟਲ ਦੇ ਵਿੱਚ, ਬੈਟਲ ਆਫ ਗੁਜਰਾਤ ਦੇ ਵਿੱਚ, ਤਾਂ ਕਿ ਪ੍ਰੋਟੈਸਟ ਕਰਨ ਲਈ ਕਿ ਸਾਨੂੰ ਨਾਬੰਦੀ ਬਣਾਇਆ ਜਾਏ, ਠੀਕ ਹੈ। ਦੈਟਸ ਵਾਈ ਇਟਸ ਕਾਲਡ ਬੈਟਲ ਆਫ ਗਨਸ। ਹੁਣ ਕੁਐਸਚਨ ਨੰਬਰ 18, ਵਿਚ ਐਨੀਮਲ ਵਾਸ ਵਰਸ਼ਿਪਡ ਇਨ ਦਾ ਕੂਕਾ ਮੂਵਮੈਂਟ। ਹੁਣ ਪਹਿਲਾਂ ਗੱਲ ਕਰਦੇ ਹਾਂ ਕੂਕਾ ਮੂਵਮੈਂਟ। ਕੂਕਾ ਮੂਵਮੈਂਟ ਬੇਸਿਕਲੀ ਇਹ ਥੋੜੀ ਜਿਹੀ 2 ਥਿਊਰੀਆਂ ਆਈਆਂ ਗਈਆਂ ਕਿ ਕੂਕਾ ਮੂਵਮੈਂਟ ਕਦੋਂ ਸਟਾਰਟ ਕੀਤੀ ਗਈ ਸੀ। ਵੈਸੇ ਕਈ ਲੋਕ ਕਹਿੰਦੇ ਕਿ ਐਕਚੁਅਲੀ ਕੂਕਾ ਮੂਵਮੈਂਟ 1857 ਦੇ ਵਿੱਚ, ਠੀਕ ਹੈ ਜੀ। 1857 ਦੇ ਵਿੱਚ ਰਾਮ ਸਿੰਘ ਕੂਕਾ ਜੀ ਨੇ ਸ਼ੁਰੂ ਕੀਤੀ ਸੀਗੀ, ਰਾਮ ਸਿੰਘ ਕੂਕਾ ਨੇ ਸ਼ੁਰੂ ਕੀਤੀ ਸੀ। ਪਰ ਉਸ ਤੋਂ ਬਾਅਦ 1920 ਦੇ ਵਿੱਚ ਇਹਨਾਂ ਨੇ ਇੱਕ ਉਸ ਤੋਂ ਬਾਅਦ 1920 ਤੱਕ ਇਹ ਚੱਲਦੀ ਰਹੀ ਹੈ, ਠੀਕ ਹੈ। ਉਸ ਤੋਂ ਬਾਅਦ ਇਹਨਾਂ ਨੇ ਰਿਪਰੈਜ਼ੈਂਟੇਸ਼ਨ ਸ਼ੁਰੂ ਕਰਤੀ ਸੀ ਕੂਕਾਸ ਨੇ, ਠੀਕ ਹੈ ਜੀ। ਤੇ 1922 ਦੇ ਵਿੱਚ, ਠੀਕ ਹੈ ਜੀ, ਇਹਨਾਂ ਨੇ ਇੱਕ ਕੂਕਾ ਮੂਵਮੈਂਟ ਦੁਬਾਰਾ ਚਲਾਈ ਸੀਗੀ, ਠੀਕ ਹੈ ਜੀ। ਉਹ ਚਲਾਈ ਗਈ ਸੀਗੀ, ਠੀਕ ਹੈ। ਉਹ ਕਾਹਦੇ ਵਾਸਤੇ? ਬੇਸਿਕਲੀ 1857 ਦੇ ਵਿੱਚ ਇਹ ਜਿਹੜੀ ਕੂਕਾ ਮੂਵਮੈਂਟ ਸੀ ਇਹ ਕਿੰਨਾ ਤੋਂ ਰਿਲੇਟਡ? ਇਹ ਨਾਮਧਾਰੀ ਸਿੱਖਸ, ਠੀਕ ਹੈ ਜੀ, ਨਾਮਧਾਰੀ ਸਿੱਖਸ, ਠੀਕ ਹੈ। ਇਹਨਾਂ ਦੇ ਕੁਝ ਅਲੱਗ ਬਿਲੀਵਸ ਨੇ, ਠੀਕ ਹੈ। ਬਟ ਮੈਂ ਤੁਹਾਨੂੰ ਦੱਸਦਾ ਕਿ ਜਿਹੜੇ ਰਾਮ ਸਿੰਘ ਸੀਗੇ ਉਹ ਸੋਸ਼ਲ ਵਰਕਰ ਵੀ ਹੋਏ ਨੇ, ਠੀਕ ਹੈ। ਉਹਨਾਂ ਨੇ ਆਜ਼ਾਦੀ ਯਾਨੀ ਕਿ ਇੰਡੀਆ ਇੰਡੀਪੈਂਡੈਂਸ ਵਿੱਚ ਵੀ ਬਹੁਤ ਪਾਰਟਿਸਿਪੇਟ ਕੀਤਾ ਹੈ, ਠੀਕ ਹੈ ਜੀ। ਤੇ ਹਾਂਜੀ, ਇਹਦੇ ਵਿੱਚ ਕੁਐਸਚਨ ਕੀ ਸੀ? ਵਿਚ ਐਨੀਮਲ ਵਾਸ ਵਰਸ਼ਿਪਡ ਇਨ ਦਾ ਕੂਕਾ ਮੂਵਮੈਂਟ। ਕੂਕਾ ਮੂਵਮੈਂਟ ਦੇ ਵਿੱਚ ਗਾਂ ਨੂੰ ਵਰਸ਼ਿਪ ਕੀਤਾ ਜਾਂਦਾ ਸੀ, ਗਊ ਜੀ ਨੂੰ, ਠੀਕ ਹੈ ਜੀ। ਹੁਣ ਅੱਗੇ ਕੁਐਸਚਨ ਆਉਂਦਾ, ਕੁਐਸਚਨ ਨੰਬਰ 9, ਹੂ ਵਾਸ ਦਾ ਰਾਜ ਪ੍ਰਮੁਖ ਆਫ ਪੈਪਸੂ ਐਟ ਦਾ ਟਾਈਮ ਆਫ ਇਟਸ ਕ੍ਰੀਏਸ਼ਨ ਇਨ 1948। ਹਾਂਜੀ, ਪੈਪਸੂ ਬਣਿਆ ਸੀਗਾ, ਠੀਕ ਹੈ। ਤੁਹਾਨੂੰ ਪਤਾ 1948 ਦੇ ਵਿੱਚ ਉਸ ਟਾਈਮ ਉਹਦਾ ਹੈੱਡ ਕੌਣ ਸੀਗਾ ਰਾਜ ਪ੍ਰਮੁਖ? ਉਹਦਾ ਹੈੱਡ ਸੀਗਾ ਬੱਚੇ ਯਾਦਵਿੰਦਰ ਸਿੰਘ, ਠੀਕ ਹੈ। ਉਹਦਾ ਹੈੱਡ ਕੌਣ ਸੀਗਾ? ਯਾਦਵਿੰਦਰ ਸਿੰਘ, ਠੀਕ ਹੈ। ਹੁਣ ਨੈਕਸਟ ਕੁਐਸਚਨ ਹੈਗਾ, ਕੁਐਸਚਨ ਨੰਬਰ 10 ਹੈਗਾ, ਸੰਗੋਲ ਐਸੋਸੀਏਟਡ ਵਿਦ ਇੰਡਸ ਵੈਲੀ। ਹਾਂਜੀ, ਇੰਡਸ ਵੈਲੀ IVS ਦੀ ਇੰਡਸ ਵੈਲੀ ਸਿਵਲਾਈਜੇਸ਼ਨ ਦੀ ਜਿਹੜੀ ਪਹਿਲੀ ਸਾਈਟ ਤੁਹਾਨੂੰ ਪਤਾ ਪੰਜਾਬ ਦੇ ਵਿੱਚ ਉਹ ਹੈਗੀ ਉਹ ਹੜੱਪਨ ਸਿਵਲਾਈਜੇਸ਼ਨ, ਠੀਕ ਹੈ। ਇਹਨੂੰ ਹੜੱਪਨ ਸਿਵਲਾਈਜੇਸ਼ਨ ਵੀ ਕਹਿੰਦੇ। ਉਹ ਹੈਗੀ ਬੱਚੇ ਰੋਪੜ, ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਠੀਕ ਹੈ ਜੀ। ਹੁਣ ਜਿਹੜੀ ਨਵੀਂ ਨਿਊ ਸਾਈਟ ਆਪਾਂ ਨੂੰ ਮਿਲੀ ਹੈ ਇਹ IVC ਦੀ ਪੰਜਾਬ ਦੇ ਵਿੱਚ, ਉਹ ਹੈਗੀ ਬੱਚੇ ਸੰਗੋਲ। ਤੇ ਸੰਗੋਲ ਜਿਹੜੀ ਸਾਈਟ ਹੈ ਉਹ ਹੈਗੀ ਹੈ ਅੰਡਰ ਡਿਸਟ੍ਰਿਕਟ ਫਤਿਹਗੜ੍ਹ ਸਾਹਿਬ,
ਤੇ ਆਨਸਰ ਕੀ ਆ ਜਾਏਗਾ ਇਹਦਾ ਫਤਿਹਗੜ੍ਹ ਸਾਹਿਬ। ਹੁਣ ਕੁਐਸਚਨ ਨੰਬਰ 11 ਦੇਖੋ, ਵਿਚ ਆਫ ਦਾ ਫੋਲੋਇੰਗ ornament is not worn by women of Punjab on forehead। ਕਿਹੜੀ ਇਹਨਾਂ ਚੋਂ ਕਿਹੜਾ ornament ਆ ਜਿਹੜਾ ਵੂਮਨ ਲੇਡੀਜ਼ ਫੋਰਹੈਡ ਤੇ ਨਹੀਂ ਪਾਉਂਦੀਆਂ। ਇਹਨਾਂ ਚੋਂ ਮੈਂ ਤੁਹਾਨੂੰ ਦੱਸਦਾ, ਜਿਹੜੀ ਡੁਮਨੀ ਹੈ, ਬਰਵਾਤਾ ਹੈ ਤੇ ਕਸਕਾ, ਇਹ ਤਿੰਨੋਂ ornaments ਨੇ, ਇਹ ਜਿਹੜੇ ਤਿੰਨੋਂ ornaments ਨੇ ਇਹ ਫੋਰਹੈਡ ਤੇ ਪਾਏ ਜਾਂਦੇ ਆ, ਠੀਕ ਹੈ ਜੀ, ਮੱਥੇ ਤੇ ਯੂਜ਼ ਹੁੰਦੇ ਆ, ਠੀਕ ਹੈ। ਪਰ ਜਿਹੜਾ ਮੋਲੀ ਹੈ, ਮੋਲੀ ਜਿਹੜਾ ornament ਹੈ ਇਹ ਹੈਡ ਤੇ ਪਾਇਆ ਜਾਂਦਾ, ਨਾ ਕਿ ਫੋਰਹੈਡ ਤੇ, ਠੀਕ ਹੈ ਜੀ, ਸਿਰ ਤੇ ਪਾਇਆ ਜਾਂਦਾ, ਮੱਥੇ ਤੇ ਨਹੀਂ ਪਾਇਆ ਜਾਂਦਾ, ਠੀਕ ਹੈ ਜੀ। ਹੁਣ ਅੱਗੇ ਆਪਾਂ ਗੱਲ ਕਰਦੇ ਕੁਐਸਚਨ ਨੰਬਰ 12 ਵਿਚ ਆਫ ਦਾ ਫਲੋਇੰਗ ਇਜ਼ ਨਾਟ ਅ ਫੋਕ Song ਆਫ ਪੰਜਾਬ। ਕਹਿੰਦੇ ਇਹਨਾਂ ਚੋਂ ਕਿਹੜਾ ਫੋਕ Song ਨਹੀਂ ਹੈ ਪੰਜਾਬ ਦਾ, ਠੀਕ ਹੈ। ਮੈਂ ਤੁਹਾਨੂੰ ਦੱਸਦਾ ਕਿ ਮਾਹੀਆ, ਸੁਹਾਗ ਤੇ ਘੋੜੀਆਂ ਤੁਹਾਨੂੰ ਪਤਾ ਵਿਆਹਾਂ ਵਿੱਚ ਗਾਇਆ ਜਾਂਦਾ, ਸੁਹਾਗ ਕੁੜੀਆਂ ਦੇ ਵਿਆਹ 'ਚ ਗਾਏ ਜਾਂਦੇ ਤੇ ਘੋੜੀਆਂ ਮੁੰਡੇ ਦੇ ਵਿਆਹ 'ਚ ਗਾਈ ਜਾਂਦੀਆਂ, ਠੀਕ ਹੈ ਜੀ। ਟੱਪੇ ਤੁਹਾਨੂੰ ਪਤਾ ਪੰਜਾਬੀਆਂ ਬੋਲੀਆਂ ਨੂੰ ਕਹਿ ਦਿੰਦੇ ਆ, ਠੀਕ ਹੈ ਜੀ। ਮਾਹੀਆ ਵੀ ਇੱਕ ਕਾਈਂਡ ਆਫ Song ਫੋਕ Song ਹੀ ਹੈ ਪੰਜਾਬ ਦਾ, ਬਟ ਲੁੱਡੀ ਜਿਹੜਾ ਹੈ ਇਹ ਫੋਕ ਡਾਂਸ ਹੈ ਪੰਜਾਬ ਦਾ। ਲੁੱਡੀ ਕੀ ਹੈ? ਫੋਕ ਡਾਂਸ ਆਫ ਪੰਜਾਬ, ਠੀਕ ਹੈ, ਕਲੀਅਰ ਹੈ। ਹੁਣ ਆਪਾਂ ਅੱਗੇ ਕੁਐਸਚਨ ਕਰਦੇ ਹਾਂ ਨੈਕਸਟ। ਗੁੱਗਾ ਨੌਮੀ ਫੇਅਰ ਇਜ਼ ਹੈਲਡ ਇਨ ਦਾ ਮੰਥ ਆਫ, ਹਾਂਜੀ, ਜਿਹੜਾ ਗੁੱਗਾ ਨੌਮੀ ਦਾ ਫੇਅਰ ਹੈ ਬੇਸਿਕਲੀ ਬਾਰਿਸ਼ਾਂ ਦੇ ਮੌਸਮ ਚ ਤੋਂ ਬਾਅਦ ਮਨਾਇਆ ਜਾਂਦਾ, ਠੀਕ ਹੈ ਜੀ। ਇਹ ਯਾਨੀ ਕਿ ਬਾਰਿਸ਼, ਤੁਹਾਨੂੰ ਪਤਾ ਕਿ ਜਦੋਂ ਬਾਰਿਸ਼ਾਂ ਖਤਮ ਹੋ ਜਾਂਦੀਆਂ, ਬੇਸਿਕਲੀ ਜਿਹੜਾ ਇਹ ਮਹੀਨਾ ਇਹ ਹੁੰਦਾ 15 ਅਗਸਤ ਤੋਂ ਲੈ ਕੇ ਬੱਚਿਓ 15 ਸਤੰਬਰ ਤੱਕ, ਠੀਕ ਹੈ। ਬੇਸਿਕਲੀ ਤੁਹਾਨੂੰ ਪਤਾ ਇਹ ਕੀ ਹੈ, ਦੇਸੀ ਮਹੀਨੇ ਵੀ ਚੜ੍ਹਦੇ ਆ, ਤੇ ਦੇਸੀ ਦਾ ਕਿਹੜਾ ਮਹੀਨਾ ਹੁੰਦਾ? ਭਾਦੋ ਦਾ ਮਹੀਨਾ। ਤੇ ਇਹਦਾ ਸਹੀ ਆਨਸਰ ਹੈ ਗੁੱਗਾ ਨੌਮੀ ਕਦੋਂ? ਭਾਦੋ ਦੇ ਮਹੀਨੇ ਚ ਮਨਾਇਆ ਜਾਂਦਾ ਹੈ, ਠੀਕ ਹੈ। ਉਸ ਤੋਂ ਬਾਅਦ ਕਹਿੰਦੇ ਰੋਜ਼ਾ ਸ਼ਰੀਫ ਉਰਸ ਇਜ਼ ਸੈਲੀਬ੍ਰੇਟਡ ਐਟ ਵਿਚ ਆਫ ਦਾ ਫਲੋਇੰਗ ਪਲੇਸਿਸ। ਕਹਿੰਦੇ ਰੋਜ਼ਾ ਸ਼ਰੀਫ ਉਰਸ, ਹਾਂਜੀ, ਇਹ ਕੋਈ ਬੇਸਿਕਲੀ ਰੋਜ਼ਾ ਸ਼ਰੀਫ ਉਰਸ ਇੱਕ ਮੁਸਲਮਾਨਾਂ ਦਾ ਕੋਈ ਫੰਕਸ਼ਨ ਹੋਇਆ ਹੈ ਵੀ ਇਹ ਕਿੱਥੇ ਮਨਾਇਆ ਜਾਂਦਾ, ਠੀਕ ਹੈ। ਤੁਹਾਨੂੰ ਸਹੀ ਕੁਐਸਚਨ ਜਿਹੜਾ ਪੁੱਛਿਆ ਇਹ ਕਿੱਥੇ ਮਨਾਇਆ ਜਾਂਦਾ, ਤੇ ਮੈਂ ਤੁਹਾਨੂੰ ਦੱਸਦਾ ਵੀ ਇਹ ਕਿੱਥੇ ਮਨਾਇਆ ਜਾਂਦਾ, ਇਹ ਸਰਹੰਦ ਵਿੱਚ ਮਨਾਇਆ ਜਾਂਦਾ ਹੈ, ਠੀਕ ਹੈ ਜੀ। ਮਲੇਰਕੋਟਲਾ, ਕਈਆਂ ਨੂੰ ਕਨਫਿਊਜ਼ਨ ਹੋ ਗਈ ਕਿ ਪੰਜਾਬ 'ਚ ਮੁਸਲਿਮ ਦੀ ਕਮਿਊਨਿਟੀ ਸਭ ਤੋਂ ਜ਼ਿਆਦਾ ਮਲੇਰਕੋਟਲਾ 'ਚ ਰਹਿੰਦੀ ਹੈ, ਪਰ ਸਰਹੰਦ ਵਿੱਚ ਇਹ ਮਨਾਇਆ ਜਾਂਦਾ ਸੀ, ਠੀਕ ਹੈ। ਮੈਂ ਤੁਹਾਨੂੰ ਦੱਸਦਾ ਵੀ ਮਲੇਰਕੋਟਲਾ ਨਾਓ ਬਿਕਮਸ ਦਾ 23rd ਡਿਸਟ੍ਰਿਕਟ ਆਫ ਪੰਜਾਬ। ਤੁਹਾਨੂੰ ਸਾਰਿਆਂ ਨੂੰ ਪਤਾ ਹੈ 23rd ਡਿਸਟ੍ਰਿਕਟ ਬਣ ਗਈ ਹੈ ਮਲੇਰਕੋਟਲਾ ਹੁਣ ਪੰਜਾਬ ਦੀ, ਠੀਕ ਹੈ ਜੀ। ਉਸ ਤੋਂ ਬਾਅਦ ਕੁਐਸਚਨ ਨੰਬਰ ਹੈਗਾ 15, ਵੇਅਰ ਇਜ਼ ਦਾ ਗਦਰੀ ਬਾਬਿਆਂ ਦਾ ਮੇਲਾ ਹੈਡ। ਹਾਂਜੀ, ਕਹਿੰਦੇ ਗਦਰੀ ਬਾਬਿਆਂ ਦਾ ਮੇਲਾ ਕਿੱਥੇ ਮਨਾਇਆ ਜਾਂਦਾ ਹੈ? ਗਦਰੀ ਬਾਬਿਆਂ ਦਾ ਮੇਲਾ ਬੱਚੋ ਕਿੱਥੇ ਮਨਾਇਆ ਜਾਂਦਾ ਹੈ? ਜਲੰਧਰ ਦੇ ਵਿੱਚ। ਮੈਂ ਤੁਹਾਨੂੰ ਦੱਸਦਾ ਵੀ ਇਹ ਕਾਫੀ ਕੁਝ ਹਿਸਟਰੀ ਤੇ ਬੇਸਿਕਲੀ ਹਨਾ, ਇਹ ਸਾਰੇ ਵੀ ਆਪਾਂ ਡਿਸਕਸ ਕਰਾਂਗੇ 1 by 1 ਕਿ ਕਿਹੜੇ ਮੇਲੇ ਆ, ਕਿਹੜੇ ਮੰਦਿਰ ਆ, ਕਿੱਥੇ ਕਿੱਥੇ ਕੀ ਹੈ, ਠੀਕ ਹੈ। ਕਾਫੀ ਕੁਐਸਚਨ ਆਏ ਹੋਏ ਆ ਇਸ ਪੇਪਰ ਦੇ ਵਿੱਚ, ਠੀਕ ਹੈ, ਰੈਲੀਵੈਂਸੀ ਨੂੰ ਦੇਖਦੇ ਹੋਏ, ਠੀਕ ਹੈ। ਵਾਟ ਇਜ਼ ਸਟਾਪੂ? ਹੁਣ ਸਟਾਪੂ ਸਾਰੇ ਬੱਚਿਆਂ ਨੂੰ ਪਤਾ ਹੋਣਾ, ਜਿਹੜੇ ਵੀ ਪਿੰਡਾਂ 'ਚ ਬੱਚੇ ਖੇਡਦੇ ਆ ਜਾਂ ਫਿਰ ਜਨਰਲ ਪੰਜਾਬ ਦੇ ਬੱਚੇ, ਉਹਨਾਂ ਸਾਰਿਆਂ ਨੂੰ ਪਤਾ ਸਟਾਪੂ ਇੱਕ ਚਿਲਡਰਨ ਦੀ ਗੇਮ ਹੈ, ਬੱਚਿਆਂ ਦੀ ਗੇਮ ਹੈ, ਕੋਈ ਫੋਕ Song ਨਹੀਂ ਹੈ, ਇਹ ਕੋਈ ਫੋਕ ਡਾਂਸ ਨਹੀਂ ਹੈ, ਕੋਈ ਫੋਕ ਇੰਸਟਰੂਮੈਂਟ ਨਹੀਂ ਹੈਗਾ, ਠੀਕ ਹੈ ਜੀ। ਤੁਹਾਨੂੰ ਮੈਂ ਦੱਸਦਾ ਕਿ ਬੱਚੇ ਇਦਾਂ ਬਾਕਸ ਬਣਾ ਕੇ ਉਹਦੇ ਵਿੱਚ ਸਟਾਪੂ ਖੇਡਦੇ ਆ, ਕਲੀਅਰ ਹੈ। ਹਾਂਜੀ, ਵੇਅਰ ਕੁਐਸਚਨ ਨੰਬਰ 17, ਵੇਅਰ ਇਜ਼ ਦ ਬਿਗੇਸਟ ਆਰਟ ਗੈਲਰੀ ਆਫ ਪੰਜਾਬ ਲੋਕੇਟਡ। ਪੰਜਾਬ ਦੀ ਸਭ ਤੋਂ ਵੱਡੀ ਆਰਟ ਗੈਲਰੀ ਯਾਨੀ ਕਿ ਪ੍ਰੈਜੈਂਟੇਸ਼ਨ ਗੈਲਰੀ ਕਿੱਥੇ ਰਿਪਰੈਜ਼ੈਂਟ? ਉਹ ਬੱਚੇ ਪਟਿਆਲਾ 'ਚ ਐਜੂਕੇਟਡ, ਠੀਕ ਹੈ ਜੀ। ਬਿਗੇਸਟ ਆਰਟ ਗੈਲਰੀ ਆਫ ਪੰਜਾਬ ਇਜ਼ ਸਿਚੁਏਟਡ ਇਨ ਪਟਿਆਲਾ, ਠੀਕ ਹੈ। ਉਸ ਤੋਂ ਬਾਅਦ ਅੱਗੇ ਕੁਐਸਚਨ ਆ ਗਿਆ, ਵਿਚ ਮਿਊਜ਼ੀਕਲ ਇੰਸਟਰੂਮੈਂਟ ਇਜ਼ ਯੂਜ਼ਡ ਬਾਈ ਢਾਡੀਜ਼ who sing traditional ballads of brave warriors and heroes drawn from Sikh history। कहते कि ਕਿਹੜਾ ਮਿਊਜ਼ੀਕਲ ਇਨਸਟਰੂਮੈਂਟਸ ਢਾਡੀ ਜਥੇ ਯੂਜ਼ ਕਰਦੇ ਆ, ਠੀਕ ਹੈ, ਜਿਹੜੇ ਸਿੱਖ ਹਿਸਟਰੀ ਨੂੰ ਬਖਾਨ ਕਰਨ ਵਾਸਤੇ, ਜਿੱਦਾਂ ਸਿੱਖਾਂ ਦੇ ਗੁਰੂਆਂ ਨੂੰ ਬਖਾਨ ਕਰਕੇ ਸਿੱਖਾਂ ਦੀ ਹਿਸਟਰੀਆਂ ਦੀਆਂ ਮਿਸਲਾਂ ਦੀਆਂ ਬਖਾਨਾ ਕਰਨ ਵਾਸਤੇ, ਤੇ ਢਾਡੀ ਜਥੇ ਜਿਹੜਾ ਇੰਸਟਰੂਮੈਂਟ ਯੂਜ਼ ਕਰਦੇ ਉਹਨੂੰ ਕਹਿੰਦੇ ਢੱਡ, ਠੀਕ ਹੈ। ਢੱਡ ਬੇਸਿਕਲੀ ਇੱਕ ਡਮਰੂ ਵਾਂਗੂ ਹੁੰਦਾ, ਠੀਕ ਹੈ ਜੀ, ਆਰਲੀ ਸ਼ੇਪ ਹੁੰਦੀ ਹੈ, ਠੀਕ ਹੈ ਜੀ, ਇਦਾਂ ਦੇ ਕੋਈ ਸ਼ੇਪ ਹੁੰਦੀ ਉਹਦੀ, ਠੀਕ ਹੈ, ਤੇ ਉਹਨੂੰ ਯੂਜ਼ ਕਰਕੇ ਉਹ ਬਖਾਨ ਕਰਦੇ ਆ ਇਹਨਾਂ ਨੂੰ, ਤੇ ਇਹਨੂੰ ਕਹਿੰਦੇ ਹਾਂਜੀ ਅਲਗੋਜਾ ਬੁਗਦੂ ਕਾਟੋ ਨਹੀਂ, ਇਹ ਬੇਸਿਕਲੀ ਕੀ ਇਹ ਵੀ ਇੰਸਟਰੂਮੈਂਟਸ ਨੇ, ਪਰ ਢਾਡੀ ਯੂਜ਼ ਹੁੰਦਾ ਢਾਡੀ ਜਥਿਆਂ ਲਈ, ਠੀਕ ਹੈ ਜੀ। ਤੁਸੀਂ ਦੇਖਿਆ ਹੋਣਾ ਗੁਰਦੁਆਰਾ ਸਾਹਿਬ 'ਚ ਕਈ ਵਾਰ ਢਾਡੀ ਜਥੇ ਆਉਂਦੇ ਆ ਖੜੇ ਹੋ ਕੇ ਜਿਹੜੇ ਕੀਰਤਨ ਕਰਦੇ ਆ, ਠੀਕ ਹੈ। ਵਿਚ ਆਫ ਦਾ ਫੋਲੋਇੰਗ ਪੇਅਰ ਇਜ਼ ਨੋਟ ਕਰੈਕਟ, ਕਹਿੰਦੇ ਇਹਨਾਂ 'ਚੋਂ ਕਿਹੜਾ ਪੇਅਰ ਸਹੀ ਨਹੀਂ ਹੈਗੀ। ਹਾਂਜੀ, ਉਹਨਾਂ ਨੇ ਪਹਿਲਾਂ ਕਿਹਾ ਹੈ ਰਾਮ ਤੀਰਥ ਇੱਕ ਮੰਦਿਰ ਆ ਫੇਮਸ ਅੰਮ੍ਰਿਤਸਰ 'ਚ, ਬਿਲਕੁਲ ਸਹੀ। ਸੋਦਲ ਮੰਦਿਰ ਜਲੰਧਰ ਵਿੱਚ ਸਿਟੂਏਟਡ ਆ। ਪੰਚ ਮੰਦਿਰ ਇੱਥੇ ਕਪੂਰਥਲਾ 'ਚ ਸਿਟੂਏਟਡ ਆ, ਠੀਕ ਹੈ ਜੀ। ਪਰ ਹਨੂਮਾਨ ਮੰਦਿਰ ਉਹਨਾਂ ਨੇ ਇਹ ਨਹੀਂ ਦੱਸਿਆ ਕੋਈ ਸਪੈਸੀਫਿਕਲੀ ਕਿ ਕਿਹੜਾ ਹਨੂਮਾਨ ਮੰਦਿਰ, ਉਹ ਤਾਂ ਬਹੁਤ ਨੇ, ਇਸ ਕਰਕੇ ਇਹਦਾ ਸਹੀ ਪੇਅਰ ਆਨਸਰ ਕੀ ਹੋ ਜਾਏਗਾ? ਹਨੂਮਾਨ ਮੰਦਿਰ, ਠੀਕ ਹੈ ਜੀ। ਇਹ ਵੀ ਆਪਾਂ ਨੂੰ ਪਤਾ ਹੈ, ਇਹ ਵੀ ਪਤਾ ਹੈ, ਤੇ ਇਹ ਵੀ ਸਹੀ ਨੇ, ਠੀਕ ਹੈ ਜੀ। ਹਨੂਮਾਨ ਮੰਦਿਰ ਇਜ਼ ਨੋਟ ਕਰੈਕਟ, ਠੀਕ ਹੈ। ਉਸ ਤੋਂ ਬਾਅਦ ਕੁਝ ਆਰਸੀ ਇਜ਼ ਐਨ ornament of which part of the body, ਠੀਕ ਹੈ। ਅਗੇ ਆਰਸੀ ornament ਬੋਡੀ ਦੇ ਕਿਹੜੇ ਪਾਰਟ 'ਚ ਯੂਜ਼ ਹੁੰਦਾ, ਠੀਕ ਹੈ ਜੀ। ਮੈਂ ਤੁਹਾਨੂੰ ਦੱਸਦਾ ਕਿ ਜਿਹੜਾ ਆਰਸੀ ornament ਉਹ ਬੱਚਿਓ ਹੱਥ 'ਚ ਪਾਇਆ ਜਾਂਦਾ, ਠੀਕ ਹੈ ਜੀ। ਕਿੱਥੇ ਪਾਇਆ ਜਾਂਦਾ? ਹੱਥ ਵਿੱਚ ਪਾਇਆ ਜਾਂਦਾ। ਕੁਐਸਚਨ ਹੈ 21, ਵਿਚ ਵਾਸ ਦਾ ਫਸਟ ਨਿਊਜ਼ਪੇਪਰ ਟੂ ਬੀ ਪਬਲਿਸ਼ਡ ਇਨ ਇੰਡੀਆ। ਕਹਿੰਦੇ ਪਹਿਲਾ ਨਿਊਜ਼ਪੇਪਰ ਇੰਡੀਆ 'ਚ ਕਿਹੜਾ ਪਬਲਿਸ਼ ਹੋਇਆ ਸੀ? ਮੈਂ ਤੁਹਾਨੂੰ ਦੱਸਦਾ ਕਿ ਉਸ ਨਿਊਜ਼ਪੇਪਰ ਨੂੰ ਕੀ ਕਿਹਾ ਜਾਂਦਾ ਹੈ, ਹਿੱਕੀਜ਼ ਬੰਗਾਲ ਗੈਜਟ,
ਬੈਂਗਾਲ ਗੈਜਟ, ਇਹ ਪਹਿਲਾ ਨਿਊਜ਼ਪੇਪਰ, ਫਸਟ ਡਿਜੀਟਲ ਨਿਊਜ਼ਪੇਪਰ ਇੰਡੀਆ ਦੇ ਵਿੱਚ, ਸੌਰੀ ਡਿਜੀਟਲ ਕਹਿ ਰਹੀ ਹਾਂ, ਗਲਤੀ ਹੋ ਗਈ, ਠੀਕ ਹੈ ਜੀ। ਫਸਟ ਪ੍ਰਿੰਟਡ ਨਿਊਜ਼ਪੇਪਰ ਸੀ ਇਹ, ਫਸਟ ਪ੍ਰਿੰਟਡ ਨਿਊਜ਼ਪੇਪਰ, ਠੀਕ ਹੈ ਜੀ, ਜਿਹੜਾ ਪ੍ਰਿੰਟਿੰਗ ਪ੍ਰੈਸ ਵੱਲੋਂ ਪ੍ਰੈਸ ਕੀਤਾ ਗਿਆ ਸੀ, ਠੀਕ ਹੈ। ਫਸਟ ਇਹਨੂੰ ਕੀ ਕਿਹਾ ਜਾਂਦਾ, ਹਿੱਕਿਸ ਬੰਗਾਲ ਗੈਜਟ, ਤੇ ਆਨਸਰ ਕੀ ਆ ਗਿਆ, ਬੰਗਾਲ ਗੈਜਟ। ਇਹ ਕਦੋਂ ਪ੍ਰਿੰਟ ਕੀਤਾ ਗਿਆ ਸੀ, 1780 ਦੇ ਵਿੱਚ, 1780 ਦੇ ਵਿੱਚ ਪ੍ਰਿੰਟ ਕੀਤਾ ਗਿਆ ਸੀ, ਠੀਕ ਹੈ ਜੀ ਬੱਚਿਓ। ਤੇ ਕਿੰਨੇ ਵੱਲੋਂ ਪ੍ਰਿੰਟ ਕੀਤਾ ਗਿਆ ਸੀ, ਬੰਦੇ ਦਾ ਨਾਮ ਸੀਗਾ ਜੇਮਸ, ਠੀਕ ਹੈ, ਅਗਸਟਨ ਹਿੱਕਿਸ, ਤਾਂ ਕਰਕੇ ਇਹਨੂੰ ਹਿੱਕਿਸ ਵੀ ਨਿਊਜ਼ਪੇਪਰ ਵੀ ਕਹਿ ਦਿੰਦੇ ਆ, ਠੀਕ ਹੈ ਜੀ। ਹੁਣ ਨੈਕਸਟ ਕੁਐਸਚਨ ਦੀ ਗੱਲ ਕਰਦੇ ਆ। ਕੁਐਸਚਨ ਦਾ ਇੰਸਟਰੂਮੈਂਟ ਯੂਜ਼ਡ ਫॉर ਰਿਕਾਰਡਿੰਗ ਅਰਥਕੁਇਕ ਵੇਵਸ, ਕਹਿੰਦੇ ਅਰਥਕੁਇਕ ਭੂਚਾਲ ਦੇ ਲਹਿਰਾਂ ਨੂੰ ਰਿਕਾਰਡ ਕਰਨ ਲਈ ਕਿਹੜਾ ਯੰਤਰ ਯੂਜ਼ ਹੁੰਦਾ ਹੈ, ਠੀਕ ਹੈ। ਮੈਂ ਤੁਹਾਨੂੰ ਦੱਸਦਾ ਕਿ ਭੂਚਾਲ ਦੀਆਂ ਲਹਿਰਾਂ ਨੂੰ ਮੇਜ਼ਰ ਕਰਨ ਲਈ ਕਿਹੜਾ ਯੰਤਰ ਹੁੰਦਾ ਹੈ, ਸਿਸਮੋਗ੍ਰਾਫ। ਸਿਸਮੋਗ੍ਰਾਫ ਦੇ ਨਾਲ ਨਾਲ ਬੱਚੇ ਇੱਕ ਹੋਰ ਹੁੰਦਾ, ਉਹਨੂੰ ਕਹਿੰਦੇ ਰਿਚਟਰ ਸਕੇਲ, ਠੀਕ ਹੈ। ਉਹਦੇ ਨਾਲ ਵੀ ਆਪਾਂ ਅਰਥਕੁਇਕ ਦੀ ਉਹਦੇ ਚ ਆਪਾਂ ਮੈਗਨੀਟਿਊਡ ਮੇਜ਼ਰ ਕਰਦੇ ਹਾਂ। ਮੈਗਨੀਟਿਊਡ ਸਮਝੋ ਵੀ ਕਿੰਨੀ ਵੇਟ, ਕਿੰਨਾ ਹੈਵੀ ਅਰਥਕੁਇਕ ਹੈ, ਕਿੰਨਾ ਡੇਂਜਰਸ ਹੈ, ਠੀਕ ਹੈ। ਜਿੰਨਾ ਮੈਗਨੀਟਿਊਡ ਜ਼ਿਆਦਾ ਓਨਾ ਹੀ ਅਰਥਕੁਇਕ ਦਾ ਪ੍ਰਭਾਵ, ਯਾਨੀ ਕਿ ਭੂਚਾਲਾਂ ਦਾ ਪ੍ਰਭਾਵ ਜ਼ਿਆਦਾ ਹੁੰਦਾ। ਤੇ ਮੈਗਨੀਟਿਊਡ ਮੇਜ਼ਰ ਕਰਨ ਲਈ ਕਿਹੜਾ ਹੁੰਦਾ, ਰਿਚਟਰ ਸਕੇਲ। ਜਰਨਲ ਆਪਾਂ ਅਰਥਕੁਇਕ ਨੂੰ ਐਨਾਲਾਈਜ਼ ਕਰਨ ਲਈ ਕਿਹੜਾ ਹੁੰਦਾ, ਸਿਸਮੋਗ੍ਰਾਫ। ਇਹਦੇ ਚ ਬੱਚੇ ਤੁਹਾਨੂੰ ਪਤਾ ਬੈਰੋਮੀਟਰ ਪ੍ਰੈਸ਼ਰ ਨੂੰ ਮੇਜ਼ਰ ਕਰਨ ਵਾਸਤੇ ਹੁੰਦਾ, ਠੀਕ ਹੈ ਜੀ। ਮੈਂ ਲਿਖਵਾ ਰਹੀ ਹਾਂ ਇੱਥੇ ਤੁਹਾਨੂੰ, ਪ੍ਰੈਸ਼ਰ ਮੇਜ਼ਰ ਕਰਨ ਲਈ ਬੈਰੋਮੀਟਰ ਹੁੰਦਾ। ਹਾਈਡਰੋਗ੍ਰਾਫ ਬੇਸਿਕਲੀ ਕਿਹਦੇ ਵਾਸਤੇ ਹੁੰਦਾ, ਵਾਟਰ ਦੀ ਮੈਜ਼ਰਮੈਂਟਸ ਵਾਸਤੇ ਹੁੰਦਾ। ਪੈਂਟੋਗ੍ਰਾਫ, ਹਾਂਜੀ ਪੈਂਟੋਗ੍ਰਾਫ ਇਜ਼ ਡਿਫਰੈਂਟ। ਪੈਂਟੋਗ੍ਰਾਫ ਕਾਹਦੇ ਲਈ ਹੁੰਦਾ ਬੱਚੇ, ਪੈਂਟੋਗ੍ਰਾਫ ਇਜ਼ ਐਨ ਇੰਸਟਰੂਮੈਂਟ, ਠੀਕ ਹੈ ਜੀ, that is used for duplicating the motion or copying a geometric image। ਮੰਨ ਲਓ ਕੋਈ ਜਿਓਮੈਟ੍ਰਿਕ ਇਮੇਜ ਆ, ਇਹਨੂੰ ਵਾਰ-ਵਾਰ ਕਾਪੀ ਕਰਨਾ ਹੈ, ਠੀਕ ਹੈ ਜੀ, ਜਾਂ ਫਿਰ ਕਿਸੇ ਇਮੇਜ ਨੂੰ ਡੁਪਲੀਕੇਟ ਕਰਨਾ ਹੈ, ਡੁਪਲੀਕੇਟ ਅ ਮੋਸ਼ਨ, ਠੀਕ ਹੈ ਜੀ, ਔਰ ਕਾਪਿੰਗ ਜਿਓਮੈਟ੍ਰੀਕਲ ਇਮੇਜ, ਠੀਕ ਹੈ। ਕਿਸੇ ਜਿਓਮੈਟ੍ਰੀਕਲ ਇਮੇਜ ਨੂੰ ਕਾਪੀ ਕਰਨ ਵਾਸਤੇ ਜਿਹੜਾ ਮੇਜ਼ਰਮੈਂਟ ਯੂਜ਼ ਹੁੰਦਾ ਉਹ ਪੈਂਟੋਗ੍ਰਾਫ, ਪਰ ਇਹਦਾ ਸਹੀ ਆਨਸਰ ਕੀ ਹੈ, ਸਿਸਮੋਗ੍ਰਾਫ। ਹੁਣ ਕੁਐਸਚਨ ਆ ਗਿਆ, ਲਕਸ਼ਦ੍ਵੀਪ ਇਜ਼ ਅ ਗਰੁੱਪ ਆਫ ਹਾਊ ਮੈਨੀ ਆਈਲੈਂਡਸ। ਕਹਿੰਦੇ ਲਕਸ਼ਦ੍ਵੀਪ ਤੁਹਾਨੂੰ ਪਤਾ ਹੈ ਕਿ ਇੰਡੀਆ ਦੀ ਯੂਟੀ ਹੈ, ਠੀਕ ਹੈ ਜੀ। ਇਹਦਾ ਐਡਮਿਨਿਸਟ੍ਰੇਟਰ ਇਸ ਟਾਈਮ ਕੌਣ ਆ, ਐਡਮਿਨਿਸਟ੍ਰੇਟਰ ਹੁਣੇ 2021 ਦੇ ਵਿੱਚ ਹੀ ਬਣਿਆ ਹੈ, ਠੀਕ ਹੈ ਜੀ। ਇਹਦਾ ਐਡਮਿਨਿਸਟ੍ਰੇਟਰ ਹੈਗਾ ਪ੍ਰਫੁੱਲ ਕੇ ਪਟੇਲ, ਠੀਕ ਹੈ। ਜਿੱਦਾਂ ਵੀਪੀ ਬਦਨੌਰ ਪੰਜਾਬ ਚੰਡੀਗੜ੍ਹ ਦੇ ਹੈਗੇ ਆ, ਹੈ ਨਾ, ਗਵਰਨਰ। ਸਿਮਿਲਰਲੀ ਐਡਮਿਨਿਸਟ੍ਰੇਟਰ ਹੁੰਦੇ ਜਿਵੇਂ ਲਕਸ਼ਦ੍ਵੀਪ, ਦਮਨ ਐਂਡ ਦਿਊ, ਦਾਦਰ ਐਂਡ ਨਗਰ ਹਵੇਲੀ, ਇਹ ਸਾਰੀਆਂ ਯੂਟੀਜ਼ ਨੇ। ਇਹਨਾਂ ਤਿੰਨਾਂ ਦਾ ਹੀ ਐਡਮਿਨਿਸਟ੍ਰੇਸ਼ਨ ਇਸ ਟਾਈਮ ਪ੍ਰਫੁੱਲ ਕੇ ਪਟੇਲ ਹੈ। ਇਹਨਾਂ ਨੇ ਪੁੱਛਿਆ ਕਿ ਕਿੰਨੇ ਆਈਸਲੈਂਡਸ ਦਾ ਮਿਲ ਕੇ ਬਣਿਆ ਬੱਚੇ, ਇਹ ਟੋਟਲ 36 ਆਈਸਲੈਂਡਸ ਦਾ ਮਿਲ ਕੇ ਬਣਿਆ। ਇਹਦਾ ਸਹੀ ਆਨਸਰ ਕੀ ਆ ਜਾਊਗਾ, 36, ਠੀਕ ਹੈ ਜੀ। ਅੱਗੇ ਕੁਐਸਚਨ ਆ ਗਿਆ, ਸੈਪਰੇਸ਼ਨ ਆਫ ਜੁਡੀਸ਼ਰੀ ਫਰੋਮ ਐਗਜ਼ੀਕਿਊਟਿਵ ਇਜ਼ ਐਨਜੋਇਨਡ ਬਾਈ। ਹਾਂਜੀ, ਉਹਨਾਂ ਨੇ ਪੁੱਛਿਆ ਕਿ ਜਿਹੜਾ ਜੁਡੀਸ਼ਰੀ ਨੂੰ ਐਗਜ਼ੀਕਿਊਟਿਵ ਬ੍ਰਾਂਚ ਨਾਲ ਕੌਣ ਅਲੱਗ ਕਰਦਾ ਹੈ। ਮੈਂ ਤੁਹਾਨੂੰ ਦੱਸਦਾ ਜੀ ਕਿ ਜੁਡੀਸ਼ਰੀ ਦਾ ਕੰਮ ਕੀ ਹੁੰਦਾ ਹੈਗਾ, ਠੀਕ ਹੈ ਜੀ। ਜਦੋਂ ਕੋਈ ਲਾਅ ਆਰਡਰ ਮੇਨਟੇਨ ਨਹੀਂ ਹੁੰਦਾ, ਠੀਕ ਹੈ, ਉਦੋਂ ਇਨਵੋਲਵ ਹੁੰਦੀ ਐਗਜ਼ੀਕਿਊਟਿਵ। ਬੇਸਿਕਲੀ ਜਿਹੜਾ ਵੀ ਕੰਮ ਨੂੰ ਪ੍ਰੋਸੈਸ ਕਰਾਉਂਦਾ, ਠੀਕ ਹੈ, ਇੰਡੀਆ ਦੇ ਵਿੱਚ, ਠੀਕ ਹੈ। ਜਿਹੜਾ ਜੁਡੀਸ਼ਰੀ ਤੇ ਇੰਡੀਪੈਂਡੈਂਸੀ ਹੈ ਐਗਜ਼ੀਕਿਊਟਿਵ ਦੀ, ਉਹ ਕੌਣ ਡਿਫਾਈਨ ਕਰਦਾ, ਉਹ ਕਰਦਾ ਡਾਇਰੈਕਟਿਵ ਪ੍ਰਿੰਸੀਪਲਸ। ਡਾਇਰੈਕਟਿਵ ਪ੍ਰਿੰਸੀਪਲ ਆਫ, ਇਹਨੂੰ ਕਹਿੰਦੇ DPSPs, ਡਾਇਰੈਕਟਿਵ ਪ੍ਰਿੰਸੀਪਲਸ ਆਫ ਸਟੇਟ ਪੋਲਿਸੀਜ਼, ਠੀਕ ਹੈ ਜੀ। ਇਹਨੂੰ ਆਪਾਂ ਐਕਸਪਲੇਨ ਕਰਦੇ ਹਾਂ, ਪ੍ਰਿੰਸੀਪਲ ਆਫ ਸਟੇਟ ਪੋਲਿਸੀਜ਼, ਠੀਕ ਹੈ ਜੀ। ਇਹਨੂੰ ਮੈਂ ਗੱਲ ਕਰਾਂ ਤੇ ਇਹ ਆਪਣੇ ਇੰਡੀਅਨ ਕਨਸਟੀਟਿਊਸ਼ਨ ਦੇ ਅੰਡਰ, ਇੰਡੀਅਨ ਕਨਸਟੀਟਿਊਸ਼ਨ ਚ ਪਾਰਟ 4 ਦੇ ਵਿੱਚ ਹੈਗਾ, ਠੀਕ ਹੈ ਜੀ। ਪਾਰਟ 4 ਦੇ ਵਿੱਚ ਇਹਦਾ ਜਿਹੜਾ ਆਰਟੀਕਲ ਹੈਗਾ 36 ਤੋਂ ਲੈ ਕੇ 51, ਇਹ ਆਰਟੀਕਲਸ ਨੇ, ਠੀਕ ਹੈ ਜੀ, ਠੀਕ ਹੈ। DPSP ਦੇ ਵਿੱਚ ਆਉਂਦੇ ਆ ਇਹ। ਬੇਸਿਕਲੀ DPSP ਕਾਹਦੇ ਵਾਸਤੇ, ਬੇਸਿਕਲੀ ਸੋਸ਼ਲ ਫॉर द ਵੈਲਫੇਅਰ ਆਫ ਦ ਸਟੇਟ। ਬੇਸਿਕਲੀ ਜਿੰਨੀਆਂ ਵੀ DPSPs ਨੇ ਉਹ ਆਪਾਂ ਨੂੰ ਸਟੇਟ ਦੀ ਵੈਲਫੇਅਰ ਲਈ ਕਹਿੰਦੇ ਨੇ, ਠੀਕ ਹੈ, ਠੀਕ ਹੈ ਜੀ, ਕਲੀਅਰ। ਜਿਵੇਂ ਗਾਂਧੀਅਨ ਪ੍ਰਿੰਸੀਪਲਸ ਹੋ ਗਏ, ਸੋਸ਼ਲ ਪ੍ਰਿੰਸੀਪਲਸ ਹੋ ਗਏ, ਇਹ ਸਾਰਿਆਂ ਦੇ ਬੇਸਿਕ ਆ, ਠੀਕ ਹੈ। ਹੁਣ ਅੱਗੇ ਆਪਾਂ ਗੱਲ ਕਰਦੇ ਹਾਂ, ਬੇਸਿਕਲੀ ਜਿਹੜੇ DPSPs ਹੁੰਦੇ ਉਹ ਨੋਨ ਜਸਟਿਸਏਬਲ ਹੁੰਦੇ ਆ, ਠੀਕ ਹੈ ਜੀ। ਕੁਐਸਚਨ ਨੰਬਰ 25, which of the following case cannot be filled directly in the Supreme Court। ਕਹਿੰਦੇ ਇਹਨਾਂ ਚੋਂ ਕਿਹੜਾ ਕੇਸ ਡਾਇਰੈਕਟਲੀ ਫਿਲ ਨਹੀਂ ਹੁੰਦਾ ਸੁਪਰੀਮ ਕੋਰਟ ਵੱਲੋਂ। ਸੌਰੀ, ਕੁਐਸਚਨ ਦੁਬਾਰਾ ਆਪਾਂ ਪੜ੍ਹਦੇ ਹਾਂ, which of the following cases cannot be filled directly in the Supreme Court। ਕਹਿੰਦੇ ਇਹਨਾਂ ਚੋਂ ਹੇਠਾਂ ਲਿਖੇ ਕਿਹੜਾ ਕੇਸ ਸੁਪਰੀਮ ਕੋਰਟ ਵਿੱਚ ਸਿੱਧੇ ਤੌਰ ਉੱਤੇ ਫਾਈਲ ਨਹੀਂ ਕੀਤਾ ਜਾ ਸਕਦਾ। ਜਿੱਦਾਂ ਮੰਨ ਲਓ ਹੁਣ ਜਿੱਦਾਂ ਤੁਹਾਨੂੰ ਕੋਈ ਇਸ਼ੂ ਹੈ, ਤੁਸੀਂ ਡਾਇਰੈਕਟ ਸੁਪਰੀਮ ਕੋਰਟ ਜਾ ਸਕਦੇ ਹੋ ਕਿ ਨਹੀਂ ਜਾ ਸਕਦੇ, ਠੀਕ ਹੈ ਜੀ। ਉਹ ਪੁੱਛ ਰਿਹਾ ਕਿ ਕਿਹੜਾ ਕੇਸ ਹੈ ਜਿਹਦੇ 'ਚ ਆਪਾਂ ਡਾਇਰੈਕਟ ਸੁਪਰੀਮ ਕੋਰਟ ਨਹੀਂ ਜਾ ਸਕਦੇ, ਠੀਕ ਹੈ ਜੀ। ਮੈਂ ਤੁਹਾਨੂੰ ਦੱਸਦਾ ਬੱਚਿਓ, ਜੇ ਮੰਨ ਲਓ ਕਿਸੇ ਇੱਕ ਜਾਂ ਦੋ ਸਟੇਟਸ ਦੇ ਵਿੱਚ ਕੋਈ ਡਿਸਪਿਊਟ ਹੁੰਦਾ, ਜਿੱਦਾਂ ਮੰਨ ਲਓ ਪੰਜਾਬ ਜਾਂ ਹਰਿਆਣਾ ਵਿੱਚ ਕਿਸੇ ਚੀਜ਼ ਦਾ ਡਿਸਪਿਊਟ ਹੈ, ਜਿੱਦਾਂ SYL ਸਤਲੁਜ, ਸੌਰੀ ਹੈ ਨਾ, ਬੇਸਿਕਲੀ ਸਤਲੁਜ ਯਮਨਾ ਲਿੰਕ ਵਾਰ ਕਰਕੇ ਕਾਫੀ ਡਿਸਪਿਊਟ ਚੱਲਦਾ, ਠੀਕ ਹੈ ਜੀ। ਤੇ ਉਸ ਤੋਂ ਬਾਅਦ
ਜਿੱਦਾਂ ਤੇ ਇਹ ਕੀ ਹੈ ਕਿ ਇਹਨਾਂ ਨੂੰ ਜੇ ਕੋਈ ਡਿਸਪਿਊਟ ਹੋਏਗਾ ਤੇ ਹੋਮ ਮਿਨਿਸਟਰੀ ਦੇ ਥਰੂ, ਠੀਕ ਹੈ, ਫਿਰ ਵੀ ਜੇ ਨਹੀਂ ਸੌਟ ਆਊਟ ਹੁੰਦਾ ਤਾਂ ਆਪਾਂ ਡਾਇਰੈਕਟ ਸੁਪਰੀਮ ਕੋਰਟ ਮੂਵ ਕਰ ਸਕਦੇ ਹਾਂ, ਠੀਕ ਹੈ ਜੀ। ਉਸ ਤੋਂ ਬਾਅਦ ਜੇ ਗੱਲ ਕਰੀਏ ਕਿ ਹਾਂਜੀ ਕੇਸਿਸ ਅਗੇਂਸਟ ਐਨਕਰੋਚਮੈਂਟ ਔਨ ਫੰਡਾਮੈਂਟਲ ਰਾਈਟ, ਮੰਨ ਲਓ ਜੇ ਆਪਣੇ ਫੰਡਾਮੈਂਟਲ ਰਾਈਟਸ ਨੇ, ਮੈਂ ਤੁਹਾਨੂੰ ਦੱਸਦਾ ਕਿ ਆਰਟੀਕਲ 32 ਕੀ ਹੈ, ਇਹ ਵੀ ਫੰਡਾਮੈਂਟਲ ਰਾਈਟਸ ਹੈ, ਇਹ ਕॉन्स्टिट्यूशनल रेमेडीज, फंडामेंटल राइट टू कॉन्स्टिट्यूशनल रेमेडीज। मान लो जी मेरा कोई फंडामेंटल ब्रीच होंदा, मेरी लाइफ ऑफ पर्सनल लाइफ, मेरी पर्सनल लाइफ ते लिबर्टी ब्रीच होंदी है, या फिर मैनू कोई मेरा फंडामेंटल राइट ब्रीच होंदा है, ठीक है जी, मैं डायरैक्ट आर्टिकल 32 के थ्रू मैं सुप्रीम कोर्ट या हाई कोर्ट के विच अपील कर सकती हाँ, ठीक है जी। आर्टिकल 32 सुप्रीम कोर्ट ते 226 ते बच्चे कहते हाई कोर्ट के थ्रू, ठीक है जी। हाँ जी, ये मैं तुहानूं दसदा कुछ रिट्स होंदियां वो पाने हुंदे आपां, ठीक है जी। ਹੁਣ ਇਸ ਕਰਕੇ ਆਪਾਂ ਨੂੰ ਜੇ ਕੋਈ ਇਸ਼ੂ ਹੁੰਦਾ ਤੇ ਆਪਾਂ ਕੇਸ ਫੰਡਾਮੈਂਟਲ ਰਾਈਟ ਜੇ ਆਪਣੇ ਬ੍ਰੀਚ ਹੁੰਦੇ ਤਾਂ ਵੀ ਆਪਾਂ ਜਾ ਸਕਦੇ ਹਾਂ, ਜੇ ਡਿਸਪਿਊਟ ਹੋਊਗਾ ਤਾਂ ਵੀ ਆਪਾਂ ਜਾ ਸਕਦੇ। ਉਹਨੇ ਕਿਹਾ ਕਿਹੜੇ ਕੇਸਿਸ 'ਚ ਆਪਾਂ ਨਹੀਂ ਜਾ ਸਕਦੇ ਬੱਚੇ, ਜੇ ਆਪਣੀ ਪ੍ਰੋਪਰਟੀ ਫੋਰਸਫੁਲੀ ਕੋਈ ਹੋਰ ਐਕੂਪਾਈ ਕਰ ਲੇ ਤਾਂ ਆਪਾਂ ਡਾਇਰੈਕਟ ਸੁਪਰੀਮ ਕੋਰਟ ਨਹੀਂ ਜਾ ਸਕਦੇ, ਠੀਕ ਹੈ ਜੀ। ਹੁਣ ਆਪਾਂ ਮੈਂ ਤੁਹਾਨੂੰ ਦੱਸਦੇ ਵੀ ਡਾਇਰੈਕਟ ਸੁਪਰੀਮ ਕੋਰਟ ਨਹੀਂ ਜਾ ਸਕਦੇ। ਹੁਣ ਇਹ ਕਿਉਂ? ਕਿਉਂਕਿ ਜਿਹੜਾ ਇਹ ਪ੍ਰੋਪਰਟੀ ਵਾਲਾ ਰਾਈਟ ਆ, ਜਿਹੜਾ ਪ੍ਰੋਪਰਟੀ ਵਾਲਾ ਰਾਈਟ ਆ ਉਹ ਕੀ ਹੈ ਬੱਚੇ? ਲੀਗਲ ਰਾਈਟ ਆ, ठीक है जी, लीगल राइट है, ये अपना फंडामेंटल राइट नहीं है कि जो आप डायरैक्ट सुप्रीम कोर्ट मूव करांगे, ठीक है जी। हुण अगे आंदा क्वेश्चन नंबर 26, अ शेड्यूल बैंक इज वन विच इज इनकलूड, कहते शेड्यूल बैंक वो है जिहड़ा इनकलूड हुंदा है बच्चों। मैं तुहानूं दसदा कि पहला मैं तुहानूं दसदी शेड्यूल बैंक हुंदे की आ। बेसिकली जिहड़े शेड्यूल बैंक हुंदे दैट आर लायबल फॉर लो इंटरस्ट फ्रॉम RBIs, इन्हां नूं दे आर लायबल या एलिजिबल फॉर लो इंटरस्ट लोन्स फ्रॉम RBI, ठीक है। RBI तो जो लो इंटरस्ट लोन लैने ने, ठीक है जी, तां करके ये शेड्यूल बैंक एलिजिबल होंगे। दूजी चीज़ शेड्यूल बैंक बारे मैं तुहानूं दसदा कि इन्हां दी जिहड़ी पेड अप कैपिटल होंदी है 5 लाख दे तो ज़्यादा होनी चाहिए, ठीक है, बेसिकली, ठीक है। तो इस करके RBI जिहड़ी ये डेफिनेशन है शेड्यूल बैंक की, ये इनकलूड की गई है सैकेंड शेड्यूल ऑफ रिजर्व बैंक ऑफ इंडिया एक्ट 1934, ठीक है जी। ये सैकेंड शेड्यूल दे विच RBI एक्ट 1934 के सैकेंड शेड्यूल दे विच शेड्यूल बैंक नूं इनकलूड किया गया है। सही आंसर इहदा यही है। हाँ जी, क्वेश्चन नंबर 27, हू इज़ द ओरिजिनेटर ऑफ ग्रीन रेवोल्यूशन इन इंडिया। ग्रीन रेवोल्यूशन तुहानूं पता है कदों आई सी बच्चों? 1966, ठीक है जी। स्टार्ट तो हो गई सी पहला, पर 1966 ਦੇ ਵਿੱਚ आई सी। ते इंडिया ਦੇ ਵਿੱਚ कौन लैके आया सी? इंडिया ਦੇ ਵਿੱਚ ग्रीन रेवोल्यूशन लियाउण वाला सी MS स्वामीनाथन। जे मैं गल करां वर्ल्ड ਦੇ ਵਿੱਚ ग्रीन रेवोल्यूशन किन्ने स्टार्ट की सीगी, ठीक है जी, ग्रीन रेवोल्यूशन वो सीगे नॉर्मन बुरलंग जी ने। किन्ने वर्ल्ड दे विच सी? हाँ, मैं तुहानूं दसदा कि इहदे विच की सी हाई इल्डिंग सीड्स, ठीक है, हाई इल्डिंग वैराइटीज़ ऑफ सीड्स यूज़ कीतियां गईयां सी किहदियां? वीट ते राइस दियां, ताकि वीट एंड राइस दी आपां फॉरन तो एक्सपोर्ट कराए सीगे। ते उहदे नाल की हो गई सी बच्चे 200-300% अपने की सीगे वीट राइस दी जिहड़ी प्रोडक्शन सी इंडिया दे विच, प्रोडक्शन ऑफ दीज वीट एंड राइस इंक्रीज हो गई सी, ठीक है जी। हुण आपां गल करदे क्वेश्चन नंबर 28 कि जियो स्टेशनरी सैटेलाइट। जियो स्टेशनरी सैटेलाइट की होंदी आ, ठीक है। जे मैं गल करां जियो स्टेशनरी सैटेलाइट रिवॉल्व अबाउट द पोलर एक्सिस, बिल्कुल नहीं, ठीक है जी। जे मैं गल करां it has टाइम पीरियड लैस दैन, बिल्कुल नहीं। मूव्स फास्टर दैन अ नियर अर्थ सैटेलाइट, ठीक है जी, नहीं, ये फास्ट अर्थ सैटेलाइट तो फास्ट मूव नहीं करती। बेसिकली जियो स्टेशनरी एक स्टेशनरी सैटेलाइट होंदी है जिहड़ी स्टैगनेटिड पॉइंट ते एक स्पेस दे विच एग्जिस्ट करदी जदों आपां नूं इजैक्ट छड्ड दिंदे आ स्पेस दे विच, ठीक है जी। हुण अगे गल करदे आ क्वेश्चन नंबर 29, डायलिसिस इज यूज फॉर पीपल विद डिफेक्ट। हाँ जी, जे मान लो किडनीज वर्क नहीं कर रही, जे अपनी किडनीज वर्क नहीं कर रही तो अपने को जिहड़ा प्रोसैस वो करदे डायलिसिस, ठीक है जी। वो कहंदे उस प्रोसैस दे विच की हुंदा? डिफ्यूजन हुंदा बच्चे उस प्रोसैस दे विच, ठीक है जी। एडजॉर्प्शन नहीं हुंदा, ऑस्मोसिस नहीं हुंदा। ऑस्मोसिस दे विच तां सिंक और श्रिंक होंदा या फिर स्वैल होंदा है, ठीक है जी। बेसिकली डिफ्यूजन होंदा प्रोसैस। डिफ्यूजन दे विच की होंदा? आपां प्योरीफाई करते हैं, बेसिकली प्योरीफिकेशन होंदा, ठीक है जी, क्लीयर है। आर्टिफिशियल जिन्होंने किडनी कह देंगे ना उन्होंने डायलिसिस ही बोलते हैं, ठीक है। हुण क्वेश्चन नंबर है विच ऑफ द फॉलोइंग डेज ऑब्जर्व्ड द वर्ल्ड एनवायरनमेंट डे। वर्ल्ड एनवायरनमेंट डे कदों मनाया जाता बच्चे? वर्ल्ड एनवायरनमेंट डे कदों मनाया जाता? 5 जून नूं मनाया जाता है, ठीक है जी। वर्ल्ड एनवायरनमेंट डे 5 जून नूं मनाया जाता है। हुण क्वेश्चन नंबर है 31, स्वामी विवेकानंद बर्थडे इज ऑब्जर्व्ड इन इंडिया एज। हाँ जी, स्वामी विवेकानंद जी का बर्थडे इंडिया दे विच मनाया जाता है एज अ नैशनल यूथ डे, ठीक है। तो नैशनल यूथ डे कदों मनाया जाता बच्चे? 12 जनवरी नूं, ठीक है जी। स्वामी विवेकानंद जी का जिहड़ा जन्मदिन आ वो एज अ नैशनल यूथ डे मनाया जाता है,
ठीक है, तो 12 जनवरी ਨੂੰ ਮਨਾਇਆ ਜਾਂਦਾ ਹੈ। ठीक है जी। क्वेश्चन हैगा नेक्स्ट, वेरी सिंपल क्वेश्चन, द ऑडिबल फ्रीक्वेंसी रेंज ऑफ ह्यूमन ईयर। कहते ह्यूमन ईयर की ऑडिबल फ्रीक्वेंसी रेंज कितनी है, मनुखी ਕੰਨਾਂ ਦੀ ਆਵਾਜ਼ੀ ਬਾਰੰਬਾਰਾ ਸੀਮਾ ਕੀ ਹੈ, यानी कि बच्चे वो हैगी है 20 हर्ट्स तो लैके 20,000 हर्ट्स। ठीक है, वो हैगी 20 हर्ट्स तो लैके 20,000 हर्ट। इस रेंज ਦੇ ਵਿੱਚ ਇੱਕ ਹਿਊਮਨ ਜਾਂ ਆਪਾਂ ਸੁਣ ਸਕਦੇ ਹਾਂ। ठीक है, ਜੇ ਲੈਸ ਦੈਨ 20 ਹੋ ਗਿਆ ਬੱਚੇ, ठीक है, ਤਾਂ ਵੀ ਨਹੀਂ ਸੁਣ ਸਕਦੇ, ਤੇ ਗ੍ਰੇਟਰ ਦੈਨ 20,000 ਹੋ ਗਿਆ ਤਾਂ ਵੀ ਨਹੀਂ ਸੁਣ ਸਕਦੇ। ठीक है जी, ਕਲੀਅਰ ਹੈ, ਇਨ ਬਿਟਵੀਨ ਹੀ ਰਹਿਣਾ ਪਊਗਾ। ठीक है, ਉਸ ਤੋਂ ਬਾਅਦ ਇਹਦੇ ਵਿੱਚ ਫਿਰ ਬੱਚੇ ਕਈ ਸਪੈਸੀਫਿਕ ਨੇ, ਜਿਵੇਂ ਬੈਟ ਹੋ ਗਿਆ, ਠੀਕ ਹੈ ਜੀ, ਡੌਗਸ ਹੋ ਗਏ, ਉਹ ਲੈਸ ਦੈਨ 20 ਹਰਟਸ ਤੇ ਵੀ ਸੁਣ ਸਕਦੇ ਜੇ ਕੋਈ ਵੋਲਿਊਮ ਹੋਵੇ ਤਾਂ। ਇਹ ਸਾਇੰਸ ਦਾ ਟੌਪਿਕ ਹੈਗਾ। ਠੀਕ ਹੈ ਜੀ। ਕੁਐਸਚਨ ਹੈਗਾ ਨੈਕਸਟ 33, ਟੂ ਸਮੋਲੈਸਟ ਕੰਟੀਨੈਂਟਲ ਆਫ ਦਾ ਵਰਲਡ। ਕਿਤੇ ਇਹਨਾਂ ਚੋਂ ਕਿਹੜੇ ਦੋ ਸਮੋਲੈਸਟ ਕੰਟੀਨੈਂਟਲ ਹਨ? ਬੱਚੇ ਮੈਂ ਤੁਹਾਨੂੰ ਦੱਸਦਾ ਕਿ ਆਪਣੇ ਕੋਲ 7 ਕੰਟੀਨੈਂਟਲ ਨੇ ਪ੍ਰੋਪਰ। 7 ਦੇ ਵਿੱਚ ਬੱਚੇ ਸਭ ਤੋਂ ਪਹਿਲਾਂ ਜੇ ਮੈਂ ਗੱਲ ਕਰਾਂ ਲਾਰਜੈਸਟ ਟੂ ਸਮੋਲੈਸਟ ਦੀ ਗੱਲ ਕਰਾਂ ਤਾਂ ਬੱਚੇ ਸਭ ਤੋਂ ਪਹਿਲਾਂ ਕਿਹੜਾ ਆਉਂਦਾ? ਏਸ਼ੀਆ ਆਉਂਦਾ। ਠੀਕ ਹੈ ਜੀ। ਉਸ ਤੋਂ ਬਾਅਦ ਕਿਹੜਾ ਆਉਂਦਾ? ਅਫਰੀਕਾ ਆਉਂਦਾ ਦੂਜੇ ਨੰਬਰ ਤੇ। ਠੀਕ ਹੈ, ਵੱਡੇ ਤੋਂ ਛੋਟੇ ਤੱਕ ਜਾ ਰਹੀ ਹਾਂ ਮੈਂ। ਤੀਜੇ ਨੰਬਰ ਤੇ ਆਉਂਦਾ ਨਾਰਥ ਅਮਰੀਕਾ ਕੰਟੀਨੈਂਟਲ। ਠੀਕ ਹੈ ਜੀ। ਚੌਥੇ ਨੰਬਰ ਤੇ ਆਉਂਦਾ ਸਾਊਥ ਅਮਰੀਕਾ ਕੰਟੀਨੈਂਟਲ। ਠੀਕ ਹੈ ਜੀ, ਸਾਊਥ ਅਮਰੀਕਾ ਕੰਟੀਨੈਂਟਲ। ਪੰਜਵੇਂ ਨੰਬਰ ਤੇ ਆਉਂਦਾ ਬੱਚਿਓ ਅੰਟਾਰਕਟਿਕਾ। ठीक है जी। 6वें नंबर ਤੇ ਆਉਂਦਾ ਯੂਰਪ। ठीक है जी, ਬਾਈ ਸਾਈਜ਼ ਏਰੀਆ ਵਾਈਜ਼। 7वें ਨੰਬਰ ਤੇ ਆਉਂਦਾ ਬੱਚੇ ਆਸਟ੍ਰੇਲੀਆ ਜਾਂ ਓਸ਼ੀਆਨਿਕ ਕੰਟੀਨੈਂਟਲ। ਠੀਕ ਹੈ ਜੀ, ਆਸਟ੍ਰੇਲੀਆ ਜਾਂ ਓਸ਼ੀਆਨੀਆ ਕੰਟੀਨੈਂਟਲ। ਆਸਟ੍ਰੇਲੀਆ ਨੂੰ ਓਸ਼ੀਆਨੀਆ ਕੰਟੀਨੈਂਟਲ ਵੀ ਕਹਿੰਦੇ ਆ। ਤੇ ਮੈਂ ਤੁਹਾਨੂੰ ਦੱਸਦਾ ਕਿ ਸਭ ਤੋਂ 올ਡੈਸਟ ਕੰਟੀਨੈਂਟਲ ਕਿਹੜਾ ਹੈ ਇੱਥੇ? 올ਡੈਸਟ ਕੰਟੀਨੈਂਟਲ ਹੈਗਾ ਬੱਚੇ ਆਸਟ੍ਰੇਲੀਅਨ ਕੰਟੀਨੈਂਟਲ ਇਜ਼ ਦਾ 올ਡੈਸਟ ਵਨ। ਠੀਕ ਹੈ, ਐਂਡ ਦਾ ਸਮੋਲੈਸਟ ਵਨ। ਠੀਕ ਹੈ ਜੀ। ਹੁਣ ਇਹਦਾ ਸਹੀ ਆਨਸਰ ਕੀ ਆ ਜਾਊਗਾ? ਦੋ ਸਮੋਲੈਸਟ ਕਿਹੜੇ? ਆਸਟ੍ਰੇਲੀਆ ਤੇ यूरोप। ठीक है जी। हुण अगे गल करते हैं, अपने कोल क्वेश्चन नंबर 34 है, एमनेस्टी इंटरनेशनल इज़ आ। एमनेस्टी इंटरनेशनल की है? तो मैं गल करा एमनेस्टी इंटरनेशनल बच्चे ये जिहड़े हैडकुआटर्स ने वो हैगे लंडन। कई बार क्वेश्चन आ जाता है तुहानूं कि एमनेस्टी इंटरनेशनल के हैडकुआटर्स कित्थे ने? हैडकुआटर हैगे लंडन यूके दे विच। ठीक है जी। बेसिकली एक नॉन गवर्नमेंट ऑर्गेनाइजेशन है विच इज़ हैल्पफुल या फिर वर्क फॉर या फोकस करदी बच्चे ह्यूमन राइट्स ते। किते ते फोकस करती है? ह्यूमन राइट्स ते। इसदा सही आंसर की हो जाऊगा? एमनेस्टी इंटरनेशनल इज़ अ ह्यूमन राइट ग्रुप। एमनेस्टी इंटरनेशनल इज़ अ ह्यूमन राइट ग्रुप। ਇਹਦਾ फाउंडर कई बार पूछ लेंगे एमनेस्टी इंटरनेशनल का फाउंडर कौन है? तो ਇਹਦਾ फाउंडर सी बच्चे पीटर बेनिसन। ठीक है जी। फाउंडर ऑफ एमनेस्टी इंटरनेशनल इज पीटर बेनिसन। हुण क्वेश्चन नंबर आंदा 35 है, हू इन्वेंटेड ब्लैक बॉक्स फ्लाइट रिकॉर्डर। ਹੁਣ ਬਲੈਕ ਬਾਕਸ ਫਲਾਈਟ ਰਿਕਾਰਡਰ ਹੁੰਦਾ ਕੀ ਹੈ? ਬੇਸਿਕਲੀ ਪਹਿਲਾਂ ਮੈਂ ਤੁਹਾਨੂੰ ਦੱਸਦੀ ਕਿ ਬਲੈਕ ਬਾਕਸ ਫਲਾਈਟ ਰਿਕਾਰਡਰ ਹੁੰਦਾ ਕੀ। ਬਲੈਕ ਬਾਕਸ ਫਲਾਈਟ ਰਿਕਾਰਡਰ ਕੀ ਹੈ? ਇੱਕ ਡਿਵਾਈਸ ਹੁੰਦੀ ਹੈ ਬੱਚਿਓ। ਠੀਕ ਹੈ ਜੀ। ਡਿਵਾਈਸ ਹੈ ਨਾ, ਦੈਟ ਵੁੱਡ ਰਿਕਾਰਡ ਫਲਾਈਟ ਡਾਟਾ, ਜਿਹੜਾ ਫਲਾਈਟ ਦਾ ਡਾਟਾ ਰਿਕਾਰਡ ਕਰਦੀ ਆ, ਪਲੱਸ ਵੌਇਸ ਜਾਂ ਫਿਰ ਸਾਊਂਡ ਜਿਹੜੀਆਂ ਵੀ ਏਅਰਕ੍ਰਾਫਟ ਕੋਕਪਿਟਸ ਦੇ ਵਿੱਚ ਆਉਂਦੀਆਂ ਨੇ। ਠੀਕ ਹੈ, ਏਅਰਕ੍ਰਾਫਟ ਕੋਕਪਿਟਸ ਵਿੱਚ ਜਿਹੜੀਆਂ ਸਾਊਂਡਸ ਆਉਂਦੀਆਂ ਉਹਨਾਂ ਨੂੰ ਜਿਹੜਾ ਬੇਸਿਕਲੀ ਰਿਕਾਰਡ ਕਰਦੀ ਆ। ਠੀਕ ਹੈ, ਉਹ ਕੌਣ ਕਰਦੀ ਆ? ਉਹ ਬਲੈਕ ਬਾਕਸ ਫਲਾਈਟ ਰਿਕਾਰਡਰ ਹੀ ਕਰਦਾ। ਠੀਕ ਹੈ ਜੀ। ਹੁਣ ਮੈਂ ਤੁਹਾਨੂੰ ਦੱਸਦੀ ਵੀ ਇਹਦਾ ਇਨਵੈਂਟ ਕਿਹਨੇ ਕੀਤੀ ਸੀ? ਇਹਨੂੰ ਇਨਵੈਂਟ ਕੀਤਾ ਸੀ ਡੇਵਿਡ ਵਾਰਨ ਨੇ 1954 ਦੇ ਵਿੱਚ। 34 ਨਹੀਂ ਹੈ ਬੱਚੇ, 1954 ਦੇ ਵਿੱਚ ਡੇਵਿਡ ਵਾਰਨਰ ਨੇ ਇਹਨਾਂ ਨੂੰ ਇਨਵੈਂਟ ਕੀਤਾ ਸੀਗਾ। ਹੁਣ ਕੁਐਸਚਨ ਨੰਬਰ 36 ਹੈ, ਰਿਸੈਂਟਲੀ ਹਾਂਜੀ ਇਹ ਪੇਪਰ ਹੋਇਆ ਸੀ 2018 ਦੇ ਵਿੱਚ, ਤੁਹਾਨੂੰ ਪਤਾ ਹੈ। ਤੇ ਉਸ ਟਾਈਮ ਤੇ ਆਪਣੇ ਪ੍ਰਾਈਮ ਮਿਨਿਸਟਰ ਨੂੰ ਅਵਾਰਡ ਮਿਲੇ ਸੀ ਗ੍ਰੈਂਡ ਕੋਲਰ ਆਫ ਦਾ ਸਟੇਟ ਅਵਾਰਡ। ਠੀਕ ਹੈ, ਇਹ ਹਾਈਐਸਟ ਅਵਾਰਡ ਹੈ ਕਿਸੇ ਕੰਟਰੀ ਦਾ। ਉਹ ਪੁੱਛਿਆ ਵੀ ਕਿਹੜੀ ਕੰਟਰੀ ਦਾ ਹਾਈਐਸਟ ਅਵਾਰਡ ਸੀਗਾ ਉਹ ਹੈਗਾ ਸੀ ਬੱਚੇ ਪੈਲੇਸਟਾਈਨ ਦਾ ਹਾਈਐਸਟ ਅਵਾਰਡ। ਕਲੀਅਰ ਹੈ। ਕੁਐਸਚਨ ਨੰਬਰ ਆਉਂਦੇ ਆ ਆਪਾਂ ਨੈਕਸਟ 36 ਤੋਂ ਬਾਅਦ 37 ਹੈ ਨਾ। ਉਹ ਕਹਿੰਦੇ ਅਕੋਰਡਿੰਗ ਟੂ ਦਾ ਲੇਟੈਸਟ ਵਰਲਡ ਵੈਲਥ ਰਿਪੋਰਟ। ਕਹਿੰਦੇ ਲੇਟੈਸਟ ਵਰਲਡ ਯਾਨੀ ਕਿ 2018 ਦੀ ਵੈਲਥ ਰਿਪੋਰਟ ਦੇ ਇੰਡੀਆ ਦੀ ਰੈਂਕ ਵੈਲਥੀਐਸਟ ਕੰਟਰੀ 'ਚ ਕਿੰਨਵੇਂ ਨੰਬਰ ਤੇ ਸੀ? ਉਸ ਟਾਈਮ ਇੰਡੀਆ 6th ਨੰਬਰ ਤੇ ਸੀ ਬੱਚੇ among the wealthiest countries। ठीक है, तो बट हुण गल करिए। ठीक है जी, ये बेसिकली 2018 ਵਿੱਚ ਇਸ਼ੂ ਕੀਤੀ ਗਈ ਸੀ ਰਿਪੋर्ट, बट 2017 ਦੀ ਰਿਪੋर्ट ਸੀਗੀ। ठीक है, ਇਸ਼ੂਡ 2018 ਸੀਗਾ। ठीक है जी। ਤੇ ਹੁਣ 2017 ਦਾ ਬੇਸਿਕਲੀ ਕੁਐਸਚਨ ਇੱਕ ਸਾਲ ਤੁਹਾਨੂੰ ਪਤਾ 18 ਚ ਪੇਪਰ ਕਰੰਟ ਦਾ ਕੁਐਸਚਨ ਹੈ। ਮੈਂ ਤੁਹਾਨੂੰ ਸਹੀ ਲੈਂਗੁਏਜ ਦੱਸਾਂ ਤੇ 36 37 38 ਇਹ ਸਾਰੇ ਕੀ ਨੇ? ਕਰੰਟ ਅਫੇਅਰਸ ਨੇ। ਤੁਸੀਂ ਇਹ ਲਾ ਲਓ ਮੈਂ ਘੱਟੋ ਘੱਟ ਦੱਸਦਾ ਵੀ ਇਸ ਪੇਪਰ 'ਚ 45 ਵਿੱਚੋਂ 5 ਕਰੰਟ ਅਫੇਅਰ ਦੇ ਕੁਐਸਚਨ ਆਏ ਹੋਏ ਆ, 5 ਤੋਂ 6 ਕੁਐਸਚਨ। ਠੀਕ ਹੈ ਜੀ। ਹਾਂਜੀ, ਹੁਣ ਗੱਲ ਕਰਦੇ ਹਾਂ ਕਿ ਹੁਣ ਇਹ ਤਾਂ 2018 ਦੀ ਗੱਲ ਸੀ। ਹੁਣ 2020 ਦੇ ਵਿੱਚ ਵਰਲਡ ਵੈਲਥ ਰਿਪੋਰਟ ਨੇ, ਜਿਹੜੀ ਵਰਲਡ ਵੈਲਥ ਰਿਪੋਰਟ ਆ ਉਹਦੇ ਵਿੱਚ ਇੰਡੀਆ ਦਾ ਰੈਂਕ ਕਿੰਨਾ ਹੈ? ਉਹਦੇ ਵਿੱਚ ਬੱਚੇ ਇੰਡੀਆ ਦਾ ਰੈਂਕ ਹੈਗਾ ਏ
12th ਦੇਖੋ ਕਿੰਨਾ ਜੰਪ ਕੀਤਾ, 6 ਤੋਂ 12 ਜੰਪ ਕਰ ਗਏ ਆਪਾਂ 2020 ਦੇ ਵਿੱਚ। ਕਲੀਅਰ ਹੈ ਜੀ। ਹੁਣ ਅੱਗੇ ਗੱਲ ਕਰਦੇ ਹਾਂ ਕਿ ਕਈ ਵਾਰੀ ਇਹ ਪੁੱਛ ਲੈਂਦੇ ਆ ਹਾਂ ਟੌਪ ਕਿੰਨੇ ਕੀਤਾ ਹੈ। ਟੌਪ ਤੁਹਾਨੂੰ ਪਤਾ ਹੀ ਹੈ 2 ਲੀਡਰ ਨੇ ਵੈਲਥ ਰਿਪੋਰਟ 'ਚ, ਪਹਿਲਾ US ਪਹਿਲੇ ਨੰਬਰ ਤੇ ਦੂਜੇ ਨੰਬਰ ਤੇ ਚਾਈਨਾ ਨੇ 2020 ਰਿਪੋਰਟ ਦੇ ਵਿੱਚ। ਟੌਪ ਜਿਹੜੇ ਲੀਡਰ ਨੇ ਉਹ ਕਿੰਨੇ ਨੇ US ਤੇ ਚਾਈਨਾ। ਠੀਕ ਹੈ ਜੀ। ਹੁਣ ਕੁਐਸਚਨ ਨੰਬਰ ਆਉਂਦਾ ਹੈ ਵੈਰੀ ਸਿੰਪਲ ਕੁਐਸਚਨ, ਵਿਚ ਐਕਟਰ ਪਲੇਡ ਦਾ ਰੋਲ ਆਫ ਰਾਣੀ ਪਦਮਾਵਤੀ ਇਨ ਦਾ ਫਿਲਮ ਪਦਮਾਵਤ। ਪਦਮਾਵਤ ਕਾਫੀ ਇਸ਼ੂ ਆਇਆ ਸੀ ਉਦੋਂ, ਇਸ ਕਰਕੇ ਇਹ ਕੁਐਸਚਨ ਆਇਆ ਹੋਣਾ। ਠੀਕ ਹੈ ਜੀ। ਦੀਪਿਕਾ ਪਾਦੂਕੋਣ ਜੀ ਨੇ ਰੋਲ ਪਲੇ ਕੀਤਾ ਸੀਗਾ। ਹੁਣ ਨੈਕਸਟ ਕੁਐਸਚਨ ਆਉਂਦਾ ਹੈ ਆਈਕੋਨਿਕ ਤੀਨ ਮੂਰਤੀ ਚੌਂਕ ਇਨ ਨਿਊ ਦਿੱਲੀ ਹੈਜ਼ ਬੀਨ ਰੀਨੇਮਡ ਐਸ। ਉਸ ਟਾਈਮ ਤੇ ਕਰੰਟ ਦਾ ਕੁਐਸਚਨ ਹੈ ਕਿ ਆਈਕੋਨਿਕ ਤੀਨ ਮੂਰਤੀ ਚੌਂਕ ਨੂੰ ਰੀਨੇਮ ਕੀਤਾ ਗਿਆ ਸੀ ਹਨਾ। ਨਵੀਂ ਦਿੱਲੀ ਵਿੱਚ ਆਈਕੋਨਿਕ ਤੀਨ ਮੂਰਤੀ ਚੌਂਕ ਨੂੰ ਬਦਲ ਕਿੱਦਾਂ ਕੀ ਨਾਮ ਰੱਖਿਆ ਗਿਆ ਸੀ, ਇਹਦਾ ਨਾਮ ਰੱਖਿਆ ਸੀ ਤੀਨ ਮੂਰਤੀ ਹੈਫਾ ਚੌਂਕ। ਕੀ ਨਾਮ ਰੱਖਿਆ ਗਿਆ ਸੀ? ਤੀਨ ਮੂਰਤੀ ਹੈਫਾ ਚੌਂਕ। ਹੁਣ ਕੁਐਸਚਨ ਨੰਬਰ ਆਉਂਦਾ 40 ਦੀ ਗੱਲ ਕਰਦੇ ਆ ਬੱਚੇ। ਕੁਐਸਚਨ ਨੰਬਰ 40 ਦੀ, ਤੇ ਹੂ ਹੈਜ਼ ਬੀਨ ਓਨਰਡ ਵਿਦ ਦਾ 2018 ਸਾਹਿਤਿਆ ਅਕੈਡਮੀ ਭਾਸ਼ਾ सम्मान ਅਵਾਰਡ। ਕਰੰਟ ਦਾ ਕੁਐਸਚਨ ਹੈ ਕਿ 2018 ਵਿੱਚ ਸਾਹਿਤਿਆ ਅਕੈਡਮੀ ਭਾਸ਼ਾ सम्मान ਅਵਾਰਡ। ਸਾਹਿਤਿਆ ਅਕੈਡਮੀ ਲਿਟਰੇਚਰ ਦੇ ਵਿੱਚ ਹਾਈਐਸਟ ਅਵਾਰਡ ਆਪਣਾ ਇੰਡੀਆ ਦਾ ਲਿਟਰੇਚਰ ਅਵਾਰਡ ਹਾਈਐਸਟ ਅਵਾਰਡ ਆ। ਠੀਕ ਹੈ ਜੀ। ਮੈਂ ਤੁਹਾਨੂੰ ਦੱਸਦਾ ਤੇ ਇਹਦੇ ਵਿੱਚ ਭਾਸ਼ਾ सम्मान ਅਵਾਰਡ ਦੇ ਵਿੱਚ ਉਸ ਟਾਈਮ ਕਿਹਨੂੰ ਓਨਰ ਕੀਤਾ ਗਿਆ ਸੀ? ਸ਼ੀਸ਼ ਆਨੰਦ ਮਾਦੁਰਕਰ ਨੂੰ। ਸ਼ੀਸ਼ ਆਨੰਦ ਮਾਦੁਰਕਰ ਜੀ ਨੂੰ ਕਹਿੰਦੇ, ਇਹ ਕੌਣ ਸੀਗੇ? ਇਹ ਰਾਈਟਰ ਸੀ ਬੱਚੇ ਮਗਧੀ ਭਾਸ਼ਾ ਦੇ। ਠੀਕ ਹੈ ਜੀ। ਇਹਨੂੰ ਮਗਾਹੀ ਵੀ ਕਹਿੰਦੇ ਆ ਤੇ ਜਾਂ ਫਿਰ ਇਹਨੂੰ ਮਗਧੀ ਭਾਸ਼ਾ ਵੀ ਕਹਿੰਦੇ ਆ। ਮਗਧੀ। ਹੁਣ ਤੁਸੀਂ ਕਹਿਣਾ ਕਿ ਮਗਧੀ ਕਿਹੜੇ ਏਰੀਆ 'ਚ ਬੋਲੀ ਜਾਂਦੀ? ਤੁਸੀਂ ਸੁਣਿਆ ਹੋਣਾ ਐਂਸ਼ੀਅੰਟ ਹਿਸਟਰੀ ਵਿੱਚ ਮਗਧ ਐਂਪਰਰ ਜਿਹੜਾ ਹੈ ਨਾ। ਠੀਕ ਹੈ ਜੀ। ਉਹੀ ਆ। ਇਹ ਪੈ ਜਾਂਦਾ ਬਿਹਾਰ ਝਾਰਖੰਡ ਵਾਲਾ ਰੀਜਨ। ਬਿਹਾਰ ਝਾਰਖੰਡ ਵਾਲੇ ਰੀਜਨ ਦੇ ਵਿੱਚ ਇਹ ਭਾਸ਼ਾ ਬੋਲੀ ਜਾਂਦੀ ਆ। ਠੀਕ ਹੈ ਜੀ। ਇਹ ਸੈਕੰਡ ਰਾਈਟਰ ਸੀਗੇ ਇਸ ਭਾਸ਼ਾ ਦੇ ਜਿਨ੍ਹਾਂ ਨੂੰ ਇਹ ਅਵਾਰਡ ਮਿਲਿਆ ਗਿਆ ਸ਼ੀਸ਼ ਆਨੰਦ ਮਾਦੁਰਕਰ ਅਵਾਰਡ। ਠੀਕ ਹੈ। ਹੁਣ ਮੈਂ ਗੱਲ ਕਰਾਂ ਕਿ 2000 ਬੇਸਿਕਲੀ ਰੀਸੈਂਟਲੀ ਉਸ ਤੋਂ ਬਾਅਦ ਜੇ ਥੋੜਾ ਜਿਹਾ ਗੱਲ ਕਰੀਏ ਸਾਹਿਤਿਆ ਅਕੈਡਮੀ ਅਵਾਰਡ 2021 ਦੇ ਵਿੱਚ ਕਿਹਨੂੰ ਮਿਲਿਆ? ਠੀਕ ਹੈ। ਕਈ ਤਰ੍ਹਾਂ ਦੇ ਹੁੰਦੇ ਜਿਵੇਂ ਭਾਸ਼ਾ सम्मान ਦੇ ਵਿੱਚ ਹੁੰਦਾ, ਸੰਸਕ੍ਰਿਤ ਵਿੱਚ ਹੁੰਦਾ, ਅਲੱਗ-ਅਲੱਗ ਭਾਸ਼ਾਵਾਂ ਦੇ ਵਿੱਚ ਵੀ ਹੁੰਦੇ। ਮੈਂ ਤੁਹਾਨੂੰ ਦੱਸਦਾ ਕਿ 2021 ਦੇ ਵਿੱਚ ਸਾਹਿਤਿਆ ਅਕੈਡਮੀ ਅਵਾਰਡ ਕਿਹਨੂੰ ਮਿਲਿਆ? ਸਾਹਿਤਿਆ ਅਕੈਡਮੀ ਅਵਾਰਡ ਜਿਹੜਾ 2021 ਆ ਉਹ ਕਿਹਨੂੰ ਮਿਲਿਆ? ਉਹ ਮਿਲਿਆ ਹੈ ਫੋਰਮਰ ਕਰਨਾਟਕਾ ਦੇ ਸੀਐਮ ਨੂੰ। ਕਰਨਾਟਕਾ ਦਾ ਜਿਹੜਾ ਫੋਰਮਰ ਸੀਐਮ ਹੈ ਨਾ ਉਹਦਾ ਨਾਮ ਹੈਗਾ ਹੈ ਵੀਰप्पा ਮੋਇਲੀ। ਠੀਕ ਹੈ ਜੀ। ਵੀਰप्पा ਮੋਇਲੀ ਜੀ ਨੂੰ ਇਹ ਅਵਾਰਡ ਮਿਲਿਆ ਸੀਗਾ। ਠੀਕ ਹੈ। ਹੁਣ ਵੀਰप्पा ਮੋਇਲੀ ਨੂੰ ਕਿਹੜੀ ਇਹਨਾਂ ਦੀ ਇੱਕ ਪੋਇਮ ਸੀਗੀ ਸ਼੍ਰੀ ਬਾਹੂਬਲੀ। ਤੁਹਾਨੂੰ ਪਤਾ ਬਾਹੂਬਲੀ ਮੂਵੀ ਤੋਂ ਯਾਦ ਰੱਖ ਲਿਓ ਸ਼੍ਰੀ ਬਾਹੂਬਲੀ। ਠੀਕ ਹੈ ਜੀ। ਬਾਹੂਬਲੀ ਪੋਇਮ ਸੀਗੀ। ਠੀਕ ਹੈ ਜੀ। ਕੰਨੜ ਪੋਇਮ ਸੀ ਇੱਕ, ਕੰਨੜ ਭਾਸ਼ਾ ਦੇ, ਕਰਨਾਟਕਾ ਦੇ ਸੀ ਤੇ ਕੰਨੜ ਹੀ ਹੋਏਗੀ। ਠੀਕ ਹੈ। ਇਸ ਲਈ ਉਹਨਾਂ ਨੂੰ 2021 ਦੇ ਵਿੱਚ ਇਹ ਅਵਾਰਡ ਮਿਲਿਆ। ਠੀਕ ਹੈ ਜੀ। ਨਾਮ ਯਾਦ ਰੱਖ ਲਿਓ। ਠੀਕ ਹੈ ਜੀ। ਵੀਰप्पा ਮੋਇਲੀ। ਹੁਣ ਕੁਐਸਚਨ ਆ ਗਿਆ ਨੈਕਸਟ ਹੈਗਾ ਕੁਐਸਚਨ ਹੈ ਕਰੰਟਲੀ ਵਿਚ ਅਮੰਗ ਦਾ ਫੋਲੋਇੰਗ ਇੰਡੀਅਨ ਸਿਟੀ ਫਿਗਰ ਇਨ ਟੌਪ 5 ਯੂਨਾਈਟਿਡ ਨੇਸ਼ਨ ਕਲੀਨ ਸਿਟੀ ਲਿਸਟ। ਹੁਣ ਯੂਨਾਈਟਿਡ ਨੇਸ਼ਨ ਕਲੀਨ ਸਿਟੀ ਲਿਸਟ ਉਦੋਂ ਆਈ ਸੀ ਬੱਚੇ 2017 ਦੇ ਵਿੱਚ। ਠੀਕ ਹੈ। ਉਦੋਂ ਯੂਨਾਈਟਿਡ ਨੇਸ਼ਨ ਕਲੀਨ ਲਿਸਟ 'ਚ ਇੰਡੀਆ ਦੀ ਇੱਕ ਸਿਟੀ ਸੀ ਜਿਹਦਾ ਨਾਮ ਸੀ ਅਲਪੂਜ਼ਾ। ਠੀਕ ਹੈ ਜੀ। ਇਹਨੂੰ ਅਲਪੂਜ਼ਾ। ਠੀਕ ਹੈ। ਇਹਨੂੰ ਮਿਲਿਆ ਇਹ ਟੌਪ 5 ਦੇ ਵਿੱਚ ਸ਼ਾਮਿਲ ਕੀਤੀ ਗਈ ਸੀ। ਇਹ ਕਿੱਥੇ ਕਿਹੜੀ ਸਟੇਟ ਦੇ ਵਿੱਚ? ਇਹ ਕੇਰਲਾ। ਠੀਕ ਹੈ ਜੀ। ਕੇਰਲਾ ਦੀ ਇਹ ਸਿਟੀ ਹੈਗੀ ਹੈ। ਠੀਕ ਹੈ। ਕਰੰਟ ਦਾ ਕੁਐਸਚਨ ਹੈ। ਹੁਣ ਕੁਐਸਚਨ ਨੰਬਰ 42 ਦ ਟ੍ਰੇਨ ਥਾਰ ਲਿੰਕ ਐਕਸਪ੍ਰੈਸ ਰਨਸ ਬਿਟਵੀਨ। ਥਾਰ ਲਿੰਕ ਉਸ ਟਾਈਮ ਚੱਲੀ ਸੀਗੀ ਨਵੀਂ। ਠੀਕ ਹੈ ਜੀ। ਇਹ ਕਿਹਦੇ ਵਿੱਚ? ਇਹ ਜੋਧਪੁਰ ਤੇ ਕਰਾਚੀ ਦੇ ਵਿੱਚ ਚੱਲਦੀ ਹੈ। ਤੁਹਾਨੂੰ ਪਤਾ ਰਾਜਸਥਾਨ ਬਾਰਡਰ ਪਾਕਿਸਤਾਨ ਦੇ ਨਾਲ ਲੱਗਦਾ, ਇਸ ਕਰਕੇ ਜੋਧਪੁਰ ਤੋਂ ਕਰਾਚੀ ਦੇ ਵਿੱਚ ਜਿਹੜੀ ਟ੍ਰੇਨ ਚੱਲਦੀ ਉਹਨੂੰ ਕਹਿੰਦੇ ਥਾਰ ਲਿੰਕ ਐਕਸਪ੍ਰੈਸ ਟ੍ਰੇਨ। ਠੀਕ ਹੈ ਜੀ। ਹੁਣ ਕੁਐਸਚਨ ਨੰਬਰ 43। ਕੁਐਸਚਨ ਨੰਬਰ 43 ਦੀ ਗੱਲ ਕਰਦੇ ਹਾਂ ਵਿਚ ਸਟੇਟ ਗਵਰਨਮੈਂਟ ਹੈਜ਼ ਲਾਂਚਡ ਦਸਤਕ ਕੰਪੇਨੀਅਨ। ਕਹਿੰਦੇ ਕਿਹੜੀ ਸਟੇਟ ਗਵਰਨਮੈਂਟ ਨੇ ਦਸਤਕ ਕੰਪੇਨੀਅਨ ਯੂਜ਼ ਕੀਤਾ ਟੂ ਐਰੈਡੀਕੇਟ ਡੈਡਲੀ ਅਕਿਊਟ ਐਨਸੈਫਲਾਈਟਿਸ ਸਿੰਡਰੋਮ ਐਂਡ ਜੈਪਨੀਜ਼ ਐਨਸੈਫਲਾਈਟਿਸ ਡਿਸੀਜ਼। ਬੇਸਿਕਲੀ ਇਹ ਫੀਵਰ ਆ। ਠੀਕ ਹੈ ਜੀ। ਅਕਿਊਟ ਫੀਵਰ ਸਿੰਪਟਮਸ ਲਾਈਕ ਸਿੰਪਟਮਸ ਆ। ਠੀਕ ਹੈ। ਦੈਟ ਹੈਪਨਸ ਬਿਕੋਜ਼ ਆਫ ਵਾਇਰਸ ਦੀ ਵਜ੍ਹਾ ਤੋਂ ਇਹ ਡਿਸੀਜ਼ ਹੁੰਦੀ ਆ। ਠੀਕ ਹੈ ਜੀ। ਹੈ ਨਾ। ਲੀਡਿੰਗ ਟੂ ਡੈਥ ਆਫ ਸਮਾਲ ਚਿਲਡਰਨ। ਛੋਟੇ ਬੱਚਿਆਂ ਵਿੱਚ ਸਭ ਤੋਂ ਜ਼ਿਆਦਾ ਪਾਈ ਜਾਂਦੀ ਹੈ ਬਿਮਾਰੀ। ਠੀਕ ਹੈ ਜੀ। ਉਸ ਟਾਈਮ ਕਾਫੀ ਜ਼ਿਆਦਾ ਇਹ ਹੋ ਰਿਹਾ ਸੀ, ਬੱਚਿਆਂ ਨੂੰ ਫੀਵਰ ਬਹੁਤ ਜ਼ਿਆਦਾ ਆ ਰਿਹਾ ਸੀ। ਤੁਸੀਂ ਦੇਖਣ 2018 ਦੀ ਗੱਲ ਹੈ ਕਿ ਉਸ ਟਾਈਮ ਯੂਪੀ ਦੇ ਵਿੱਚ ਬੱਚੇ ਬੁਖਾਰ ਨਾਲ ਬਹੁਤ ਜ਼ਿਆਦਾ ਡੈਥ ਹੋ ਰਹੀ ਸੀ। ਇਹੀ ਸਿੰਡਰੋਮ ਸੀ ਜਿਹਦੇ ਕਰਕੇ ਬੱਚਿਆਂ ਨੂੰ ਫੀਵਰ ਆ ਰਿਹਾ ਸੀ ਤੇ ਬੱਚਿਆਂ ਦੀ ਡੈਥ ਹੋ ਰਹੀ ਸੀ। ਉਹ ਸੀ ਯੂਪੀ। ਤੁਹਾਨੂੰ ਦੱਸ ਹੀ ਦਿੱਤਾ ਮੈਂ ਆਨਸਰ ਕਿ ਉੱਤਰ ਪ੍ਰਦੇਸ਼ ਵਿੱਚ ਸਟੇਟ ਗਵਰਨਮੈਂਟ ਨੇ ਇਹ ਕੰਪੇਨੀਅਨ ਚਲਾਇਆ ਸੀ। ਠੀਕ ਹੈ ਜੀ। ਹੁਣ ਮੈਂ ਤੁਹਾਨੂੰ ਦੱਸਦਾ ਕਿ ਨੈਕਸਟ ਕੁਐਸਚਨ ਹੈਗਾ ਮੀ ਟੂ ਕੰਪੇਨੀਅਨ ਇਜ਼ ਲਿੰਕ ਵਿਦ। ਹਾਂਜੀ। ਉਹ ਕਹਿੰਦੇ ਮੀ ਟੂ ਮੂਵਮੈਂਟ ਕੀ ਸੀਗੀ? ਤੁਹਾਨੂੰ ਪਤਾ ਕਿ 2018 ਦੇ ਵਿੱਚ ਮੀ ਟੂ ਮੂਵਮੈਂਟ ਬਹੁਤ ਜ਼ਿਆਦਾ ਚੱਲੀ ਸੀ। ਸਭ ਤੋਂ ਪਹਿਲਾਂ ਇਹ ਸਟਾਰਟ ਹੋਈ ਸੀ ਬਾਲੀਵੁੱਡ ਤੋਂ। ਠੀਕ ਹੈ। ਉਹ ਸੀਗਾ ਬੇਸਿਕਲੀ ਵਰਕ ਪਲੇਸਿਸ ਤੇ ਵੂਮਨ ਨਾਲ ਸੈਕਸੁਅਲ ਅਸੋਲਟ ਜਾਂ ਫਿਰ ਕਿਸੇ ਨਾ ਵੀ ਵਰਕ ਪਲੇਸਿਸ ਤੇ ਹੈ ਨਾ
ਵਰਕ ਪਲੇਸਿਸ ਤੇ ਵੂਮਨਸ ਨਾਲ ਜਿਹੜਾ ਸੈਕਸੁਅਲ ਅਸੋਲਟ ਹੋਏ ਸੀ ਉਹਨਾਂ ਖਿਲਾਫ ਲੇਡੀਜ਼ ਨੇ ਆਵਾਜ਼ ਉਠਾਈ ਸੀ ਤੇ ਉਹ ਪੂਰੇ ਵਰਲਡ ਵਾਈਡ ਇੰਡੀਆ ਦੇ ਵਿੱਚ ਕਾਫੀ ਕੇਸਿਸ ਵੀ ਦੇਖੇ ਸੀ ਆਪਾਂ, ਠੀਕ ਹੈ। ਤੇ ਇਹ ਹੈਲਪ ਸਟੋਪ ਇੱਥੇ ਮੀ ਟੂ ਮੀਨੀਅਨ ਮੂਵਮੈਂਟ help stop the widespread prevalence of sexual assault and harassment against women in the workplace, ਠੀਕ ਹੈ ਜੀ। ਖਾਸ ਤੌਰ ਤੇ ਕੰਮ ਵਾਲੀ ਥਾਂ ਤੇ ਔਰਤਾਂ ਨਾਲ ਜਿਹੜੇ ਸੈਕਸੁਅਲ ਅਸੋਲਟ ਉਹਨਾਂ ਦੀ ਰੋਕਥਾਮ ਲਈ ਇਹ ਮੂਵਮੈਂਟ ਚਲਾਈ ਗਈ ਸੀ। ਆਨਸਰ ਆ ਗਿਆ ਇਹ, ਠੀਕ ਹੈ। ਕੁਐਸਚਨ ਨੰਬਰ 45, ਠੀਕ ਹੈ। who has won the men's single Australian Open 2000? ਆਸਟ੍ਰੇਲੀਅਨ ਓਪਨ ਬੱਚੇ ਟੈਨਿਸ ਟੂਰਨਾਮੈਂਟ ਆ, ਠੀਕ ਹੈ ਜੀ। ਟੈਨਿਸ ਦੇ ਪ੍ਰੋਪਰ 4 ਸਾਲ ਪੂਰੇ ਸਾਲ 'ਚ 4 ਟੂਰਨਾਮੈਂਟ ਹੁੰਦੇ ਤੇ ਫਿਕਸ ਹੁੰਦੀਆਂ। ਸਭ ਤੋਂ ਪਹਿਲੀ ਜਿਹੜੀ ਟੂਰਨਾਮੈਂਟ ਹੁੰਦੀ ਹੈ ਜਨਵਰੀ ਵਿੱਚ ਹੁੰਦੀ ਹੈ, ਉਹ ਜਨਵਰੀ ਕਿੱਥੇ ਹੁੰਦੀ ਹੈ? ਆਸਟ੍ਰੇਲੀਆ ਦੇ ਵਿੱਚ ਹੁੰਦੀ ਹੈ। ਉਹਨੂੰ ਕੀ ਕਹਿੰਦੇ ਆ? ਆਸਟ੍ਰੇਲੀਅਨ ਓਪਨ, ਠੀਕ ਹੈ ਜੀ। ਮੈਂ ਤੁਹਾਨੂੰ ਦੱਸਦਾ, ਉਹ ਕਹਿੰਦੇ 2018 ਦੇ ਵਿੱਚ ਮੈਨ ਸਿੰਗਲ ਕੌਣ ਜਿੱਤਿਆ ਸੀ। ਮੈਂ ਤੁਹਾਨੂੰ ਦੱਸਦਾ ਕਿ 2018 ਦੇ ਵਿੱਚ ਜਿਹੜਾ ਇਹ ਮੈਨ ਸਿੰਗਲ ਉਸ ਟਾਈਮ ਹਨਾ ਬੇਸਿਕਲੀ ਮੈਂ ਤੁਹਾਨੂੰ ਦੱਸਦਾ ਕਿ ਰੋਜਰ ਫੈਡਰਰ ਜਿੱਤੇ ਸੀਗੇ, ਠੀਕ ਹੈ। ਤੇ ਇਹਦਾ ਸਹੀ ਆਨਸਰ ਹੈਗਾ ਰੋਜਰ ਫੈਡਰਰ, ਠੀਕ ਹੈ। ਪਰ ਹੁਣ ਗੱਲ ਕਰੀਏ 2021 ਦੇ ਵਿੱਚ ਵੀ ਇਹ ਟੂਰਨਾਮੈਂਟ ਹੋ ਗਿਆ, ਠੀਕ ਹੈ। 2020 ਦੇ ਵਿੱਚ ਵੀ ਟੂਰਨਾਮੈਂਟ ਹੋਇਆ। ਮੈਂ ਤੁਹਾਨੂੰ ਦੱਸਦਾ ਕਿ ਸਿੰਗਲ ਮੈਨ ਸਿੰਗਲ ਦੇ ਵਿੱਚ ਆਸਟ੍ਰੇਲੀਅਨ ਓਪਨ 2020 ਤੇ 2021 ਦੇ ਵਿੱਚ ਕੌਣ ਜਿੱਤਿਆ ਹੈ? ਉਹ ਜਿੱਤੇ ਹੈਗੇ ਆ ਨੋਵਾਕ ਜੋਕੋਵਿਚ, ਠੀਕ ਹੈ ਜੀ। ਨੋਵਾਕ ਜੋਕੋਵਿਚ, ਠੀਕ ਹੈ ਜੀ। 21 ਵਿੱਚ ਵੀ ਇਹੀ ਨੇ ਤੇ ਇਹਦੇ ਵਿੱਚ ਵੀ ਇਹੀ ਨੇ, ਠੀਕ ਹੈ ਜੀ। ਮੈਂ ਤੁਹਾਨੂੰ ਠੀਕ ਹੈ ਜੀ। ਇਹ ਤੁਹਾਡੇ ਆਪਾਂ ਸੋਲਵ ਕਰ ਲਿਆ ਬੱਚੇ 45 ਕੁਐਸਚਨ ਜੀਕੇ ਦੇ। ਹੁਣ ਨੈਕਸਟ ਪਾਰਟ ਦੇ ਵਿੱਚ ਆਪਾਂ ਮੈਥਸ, ਠੀਕ ਹੈ ਜੀ, ਰੀਜ਼ਨਿੰਗ, ਇੰਗਲਿਸ਼ ਤੇ ਪੰਜਾਬੀ ਤੇ ਕੰਪਿਊਟਰ ਲੈਂਗੁਏਜ ਡਿਸਕਸ ਕਰਾਂਗੇ, ਠੀਕ ਹੈ ਜੀ। ਮੈਂ ਹੋਪ ਕਰਦੀ ਹਾਂ ਕਿ ਤੁਹਾਨੂੰ ਇਹ ਜੀਕੇ ਦੀ ਵੀਡੀਓ ਲਾਈਕ ਕੀਤੀ ਹੋਊਗੀ, ਠੀਕ ਹੈ ਜੀ। ਤੁਸੀਂ 2011 ਦੀ ਵੀ ਜੀਕੇ ਦੀ ਵੀਡੀਓ ਇਸੇ ਐਕਸਾਈਜ਼ ਇੰਸਪੈਕਟਰ ਦੇ 2011 ਦਾ ਵੀ ਮੈਂ ਸੋਲਵ ਕੀਤਾ ਹੋਇਆ ਪਾਰਟ 1, ਠੀਕ ਹੈ। ਹੁਣ ਆਪਾਂ 2018 ਦਾ ਪੇਪਰ ਸੋਲਵ ਕੀਤਾ ਹੈ, ਠੀਕ ਹੈ ਜੀ। ਹੁਣ ਇਸ ਤੋਂ ਬਾਅਦ ਆਪਾਂ ਇਸ ਪੇਪਰ ਦੇ 2018 ਦੇ ਨੈਕਸਟ ਪਾਰਟ ਸੋਲਵ ਕਰਾਂਗੇ ਤੇ 2011 ਦੇ ਵੀ ਨੈਕਸਟ ਪਾਰਟ ਸੋਲਵ ਕਰਕੇ ਅਸੀਂ ਅਪਲੋਡ ਕਰਾਂਗੇ। ਮੈਂ ਹੋਪ ਕਰਦੀ ਹਾਂ ਕਿ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਣੀ। ਬੱਚੇ ਸਾਡੀਆਂ ਆਨਲਾਈਨ ਕਲਾਸਿਸ ਵੀ ਚੱਲ ਰਹੀਆਂ ਨੇ, ਠੀਕ ਹੈ, ਸਪੈਸ਼ਲ ਬੈਚ ਐਕਸਾਈਜ਼ ਇੰਸਪੈਕਟਰ ਦੇ। ਜੇ ਤੁਸੀਂ ਕਲਾਸਿਸ ਸਟਾਰਟ ਕਰਨਾ ਚਾਹੁੰਦੇ ਹੋ ਤੁਸੀਂ ਕੰਟੈਕਟ ਕਰੋ ਸਾਡੇ ਕੰਟੈਕਟ ਨੰਬਰ 8283867867 ਤੇ, ਠੀਕ ਹੈ ਜੀ। ਥੈਂਕ ਯੂ ਸੋ ਮਚ, ਗੁੱਡ ਲੱਕ।